ਧੰਨ ਗੁਰੂ ਨਾਨਕ ਸੇਵਕ ਜਥਾ ਉਹਨਾਂ ਦੇ ਸਮੁੱਚੇ ਜਥੇਬੰਦੀ ਵੱਲੋਂ ਭਾਵਨਾ ਸਹਿਤ ਕੀਰਤਨ ਕਥਾ ਗੁਰੂ ਸ਼ਬਦ ਦਾ ਪ੍ਰਵਾਹ ਚੱਲਿਆ। ਆਓ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅਸੀਸ ਨਾਲ ਨਿਰਧਾਰਤ ਸਮੇਂ ਵਿੱਚ ਰਹਿ ਕੇ ਆਪ ਸੰਗਤ ਦੀ ਗੁਰੂ ਸ਼ਬਦ ਵਿਚਾਰ ਰਾਹੀਂ ਸੇਵਾ ਕਰ ਸਕਾਂ। ਆਪ ਜੀ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ। ਅਦਬ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਸੰਬੰਧ ਵਿੱਚ ਜਿੱਥੇ ਅਸੀਂ ਆਪਣੇ ਖਿਆਲ ਜਾਂ ਹੋਰ ਵਿਦਵਾਨਾਂ ਦੇ ਵਿਚਾਰ ਸਾਂਝੇ ਕਰਨੇ ਆ, ਬਾਣੀ ਵਿੱਚ ਇਹ ਸ਼ਕਤੀ, ਬਾਣੀ 'ਚ ਤਾਕਤ, ਬਾਣੀ 'ਚ ਰਹਿਮਤਾਂ। ਤੇ ਮੈਂ ਕੱਲ ਰਾਤ ਵੀ ਇੱਕ ਬੇਨਤੀ ਕੀਤੀ ਸੀ ਕਿ ਸਾਨੂੰ ਸਭ ਤੋਂ ਪਹਿਲਾਂ ਕੋਈ ਨੁਕਤਾ ਵੀ ਦੇਖੀਏ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੇਖਣਾ ਚਾਹੀਦਾ। ਮਹਾਰਾਜ ਇਹਦੇ ਬਾਰੇ ਸਤਿਗੁਰੂ ਕੀ ਕਹਿ ਰਹੇ ਆ। ਜਿਵੇਂ ਅਸੀਂ ਸਤਿਗੁਰਾਂ ਦੀ ਬਾਣੀ ਸੰਬੰਧੀ ਇਹ ਸ਼ਬਦ ਪੜ੍ਹਨੇ ਆ। ਹਜ਼ੂਰ ਦਾ ਇੱਕ ਬਚਨ ਹੈ, ਭਗਤ ਭੰਡਾਰ ਗੁਰਬਾਣੀ ਲਾਲ। ਭਗਤ ਦੇ ਤੱਤੇ ਨੂੰ ਸਿਹਾਰੀ ਉੱਥੇ ਅਰਥ ਹੈ ਭਗਤੀ, ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਭਗਤੀ ਦਾ ਭੰਡਾਰਾ ਹੈ, ਭਗਤੀ ਦਾ ਖਜ਼ਾਨਾ ਹੈ। ਤੇ ਸੱਚ ਇਹ ਵੇ ਕੀਮਤੀ ਰਤਨ ਕੀਮਤੀ ਲਾਲ ਨੇ। ਫਿਰ ਤੁਕ ਸੁਣੀ ਜੀ, ਭਗਤ ਭੰਡਾਰ ਭਗਤੀ ਦਾ ਭੰਡਾਰਾ ਹੈ, ਗੁਰਬਾਣੀ ਲਾਲ ਸਤਿਗੁਰਾਂ ਕੀ ਬਾਣੀ ਕੀਮਤੀ ਰਤਨ ਕੀਮਤੀ ਲਾਲ ਹੈ। ਅਗਲੀ ਤੁਕ ਸਾਡੇ ਸਭ ਲਈ ਸੁਣਨ ਵਾਲੀ ਹੈ, ਗਾਵਤ ਸੁਣਤ ਕਮਾਵਤ ਨਿਹਾਲ। ਇਹ ਤਿੰਨ ਸ਼ਬਦ ਨੇ ਜੀ। ਇਸ ਭਗਤੀ ਦੇ ਖਜ਼ਾਨੇ ਦਾ ਹਿੱਸੇਦਾਰ ਉਹ ਬਣੇਗਾ ਜਿਹੜਾ ਗੁਰੂ ਕੀ ਬਾਣੀ ਨੂੰ ਗਾਵਤ ਦਾ ਅਰਥ ਗਾਏ, ਗਾ ਨਹੀਂ ਸਕਦਾ ਤੇ ਗਾਏ ਹੋਏ ਨੂੰ ਆਪਣੇ ਕੰਨਾਂ ਨਾਲ ਸੁਣੇ। ਪਰ ਤੀਸਰਾ ਸ਼ਬਦ ਦੋਨਾਂ ਵਾਸਤੇ ਲਾਗੂ ਹੈ। ਕਈ ਵਾਰੀ ਹੁਣ ਭਾਈ ਸਾਹਿਬ ਕੀਰਤਨ ਕਰਨਗੇ, ਮੈਂ ਕਥਾ ਕਰ ਰਿਹਾ, ਆਪ ਜੀ ਸੁਣ ਰਹੇ ਹੋ। ਇਹਦਾ ਮਤਲਬ ਜੇ ਗਾ ਨਹੀਂ ਸਕਦੇ ਆਪਾਂ ਸਰੋਤੇ ਬਣ ਕੇ ਸੁਣੀਏ। ਤੀਸਰਾ ਬਚਨ ਗਾਉਣ ਵਾਲੇ ਤੇ ਸੁਣਨ ਵਾਲੇ ਦੋਨਾਂ ਤੇ ਲਾਗੂ ਹੈ। ਉਹ ਬਚਨ ਹੈ ਕਿ ਜੋ ਗਾਇਆ ਗਿਆ ਹੈ, ਜੋ ਸੁਣਿਆ ਗਿਆ ਹੈ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੰਦਾ ਕਮਾਉਣਾ ਸ਼ੁਰੂ ਕਰ ਦੇਵੇ। ਕਮਾਉਣ ਤੋਂ ਮਤਲਬ ਪ੍ਰੈਕਟੀਕਲ ਉਹ ਜੀਵਨ ਜੀਣ ਲੱਗ ਪਵੇ। ਸਤਿਗੁਰਾਂ ਦੀ ਬਾਣੀ ਦੀਆਂ ਇਹ ਦੋ ਤੁਕਾਂ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ, ਤੀਸਰਾ ਬਚਨ ਕਮਾਵਤ ਨਿਹਾਲ। ਨਿਹਾਲ ਸ਼ਬਦ ਪਰਸ਼ੀਅਨ ਦਾ ਹੈ ਜੀ, ਫਾਰਸੀ ਦਾ ਹੈ। ਉਂਝ ਵੈਸੇ ਗੁਰੂ ਸਾਹਿਬ ਨੇ ਇਸ ਦੀ ਬਹੁਤ ਵਾਰ ਵਰਤੋਂ ਕੀਤੀ ਨਿਹਾਲ। ਜਿਵੇਂ ਅਸੀਂ ਜਪਜੀ ਸਾਹਿਬ ਦੀ ਮੁਕੰਮਲਤਾ ਹੀ 38ਵੀਂ ਪੌੜੀ ਦੀ ਨਿਹਾਲ ਨਾਲ ਹੈ। ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਸਾਡੇ ਜੈਕਾਰੇ ਦੀ ਸਮਾਪਤੀ ਵੀ ਰਿਜ਼ਲਟ ਹੈ ਨਿਹਾਲ। ਉਂਝ ਨਿਹਾਲ ਦਾ ਲਫ਼ਜ਼ੀ ਅਰਥ ਅਸੀਂ ਜੇ ਕਰੀਏ ਗੁਰਮਤਿ ਦੀ ਰੋਸ਼ਨੀ ਵਿੱਚ, ਮਨ ਕਰਕੇ, ਤਨ ਕਰਕੇ, ਆਤਮ ਕਰਕੇ ਜਿਹੜਾ ਬੰਦਾ ਅਤ ਦਾ ਸੰਤੁਸ਼ਟ ਹੋ ਜਾਏ, ਤ੍ਰਿਪਤ ਹੋ ਜਾਏ, ਅਭੇਦ ਹੋ ਜਾਏ ਗੁਰੂ 'ਚ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਇਹ ਨਿਹਾਲ ਹੈ। ਮੈਂ ਆਪ ਜੀ ਦੇ ਸਨਮੁਖ, ਮੇਰੇ ਕੋਲ 45 ਮਿੰਟ ਨੇ ਜੀ। ਭਾਵੇਂ ਮੈਂ ਅਕਸਰ ਵਿਚਾਰ, ਮੇਰਾ ਖਿਆਲ ਮੈਂ ਕਈ ਸਾਲ ਪਹਿਲਾਂ ਇਹ ਨਿਊਯਾਰਕ ਕਰਕੇ ਗਿਆ, ਆਪਾਂ ਕਾਸ ਵਾਸਤੇ ਇਕੱਠੇ ਹੋਏ ਹਾਂ। ਦੇਖੋ, ਮੈਂ ਅਕਸਰ ਰਾਤ ਵੀ ਕਿਹਾ ਸੀ ਕਿ ਸਿੱਖੀ ਕਮਾਉਣ ਲਈ ਸਭ ਤੋਂ ਪਹਿਲਾਂ ਗੁਰਸਿੱਖ ਆਪ ਗੁਰੂ ਕੀ ਬਾਣੀ ਦਾ ਪਾਠ ਕਰੇ। ਸਭ ਤੋਂ ਪਹਿਲੀ ਜਿਹੜੀ ਬਾਣੀ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਜਿਹੜਾ ਲਫ਼ਜ਼ ਦਿੱਤਾ ਆਪਣੀ ਮੁਖ ਤੋਂ, ਜ਼ਬਾਨ ਤੋਂ, ਅਸੀਂ ਕਹਿੰਦੇ ਹਾਂ ਜਪ ਜੀ ਸਾਹਿਬ। ਮੈਂ ਸਿਰਫ ਇਹਦੇ ਸੰਬੰਧੀ ਕੋਈ ਤੁਹਾਡੇ ਨਾਲ ਗੱਲਾਂ ਕਰਕੇ ਜਾਣੀਆਂ ਨੇ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਦਾ ਨਾਮ ਜਦੋਂ ਸ਼ੁਰੂ ਹੁੰਦੀ ਹੈ ਜਪ ਹੈ। ਤੇ ਕਈ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਨੇ,
उस विच इस बाणी का जिहड़ा तत्करे विच नाम है, उत्थे जप जी साहिब नहीं, उत्थे लफ्ज़ है जप नीशान। फिर आप जी सुनियो, जिहड़े पुरातन शब्द मिलणगे पुरातन सरूप, उहदे च तत्करे च सानू मिलेगा जप निशान। वो है जज्जा, पप्पे नूं औंकड़, नन्ने बिहारी सस्से कन्ना नाना। कई असी पढ़ने जप निशान। मेरे मन च कई बारी आउंदा है कि ये जप जी साहिब आपां कहने सत्कार लई, क्योंकि ये कोई माड़ी गल भी नहीं जी। हुण पाठ तां आनंद है ना, आपां कहने भाई साहब जी आनंद साहिब दीयां 6 पौड़ियां पा दिओ। पाठ तां सुखमनी है बाणी का नाम, पर असी अदब नाल कहने भाई साहब जी सुखमनी साहिब का पाठ कर लईए। साहिब शब्द जिहड़ा असी वरतने आ, इहदा मतलब ये हुंदा है अपने सतगुरु के शब्द का आपां सन्मान करने। फिर अर्ज सुनियो, हुण ये जप निशान बाणी का नाम है। दरअसल तत्करे विच इंडैक्स विच जप साडे विद्वान कहते 2 अर्थ करते हैं जी। ये एक शब्द कहते हैं जप किरिया है, दूसरा कहते हैं संज्ञा है। फिर सुनियो, ग्रामर के शब्द ने जी। जप किरिया मीनस कि जप करन वास्ते है, कि जप करो, वो किरिया है। दूसरे कहते नहीं, जप संज्ञा है, जप बाणी का नाम है। पर मैं एक बेनती करा, किरिया कहो चाहे नाम कहो, जे आपां अर्थां वल जावांगे ना, ਇਹਦਾ फिर भी संबंध साडे जबान दे बोलण नाल ही बनेगा। फिर अर्ज है जप निशान का मतलब की है, क्योंकि इस बाणी का गुरु ग्रंथ साहिब विच सब तो पहला पाठ दर्ज किया गया। उंज विद्वान कहते हैं कि जपजी साहिब की बाणी की व्याख्या ही मुकम्मल गुरु ग्रंथ साहिब है। जदों अमृत संचार किया गया, सब तो पहला जिहड़ी बाणी पढ़ी गई वो जप जी साहिब पढ़ी गई। जदों सानू सतगुरां ने अमृत वेले का नितनेम दिता, उस नितनेम विच जिहड़ी सब तो पहली बाणी बख्शिश की वो जप जी साहिब ही की। मैं फिर अर्ज करा प्यारिओ, इस बाणी का इतिहासक पक्ष तो देखिए, भाई गुरदास साहिब जी मुताबक इस बाणी का पाठ 1539 तो पहला करतारपुर की धरती ते शुरू हो चुका सी। इस शब्द नूं फिर ध्यान नाल सुनियो, भाई साहब का एक वचन है कि फिर बाबा आया करतारपुर, भेख उदासी सकल उतारा, पैर संसारी कपड़े, मंजी बैठ किया अवतारा, बाणी मुखों उचारिय, होए रुशनाई मिटे अंधियारा, ज्ञान गोष्ठ चर्चा सदा, अनहद शब्द उठे तुनकारा। भाई साहब कहते हैं 100 दर आरती गावीए। फिर ध्यान नाल सुनियो, सारा दिन खेतों च काम करते हैं, बाणी पढ़ी जाती, महाराज सिंघासन ला के ने बैठे, खिमा कर दिया जी, मंजी ते बहिंदे आ, सादे कपड़े गृहस्थियां वाले पाते आ, जिहड़े किरत खेती करने वाले, उत्थे भाई साहब कहते 100 दर आरती गावीए। 100 दर ते आरती, 100 दर का शब्द पढ़िया जाता है, आरती गावी जाती है, ते अमृत वेले जाप उचारा। अमृत वेले गुरु नानक साहब जपजी साहब का पाठ करते हैं। इनू फिर थोड़ा ध्यान नाल सुनियो, हजूर ने ज्योति जोत समाउण वेले जिस बाणी का पाठ किया जपजी साहब, गुरु अर्जुन देव ने शहादत तो पहला जिस बाणी का पाठ किया जपजी साहब, भाई मती दास जी नूं चांदनी चौंक शहीद किया गया, जदों आरे नाल चीर लगे जिस बाणी का पाठ किया जपजी साहब। मैं अर्ज करा, गुरु तेग बहादुर साहब दिल्ली चांदनी चौंक विच रुख दे थल्ले थड़ा बना के बिठाए गए, तो जिस बाणी का पाठ गुरु तेग बहादुर साहब जी ने शहादत तो पहला किया जपजी साहब। बाबा बुढ़ा साहब जी, मैं सिर्फ थोड़ियां उदाहरण आप जी दे रहा। बाबा बुढ़ा साहब जी 125 साल इस मृत मंडल विचों जी के गए। 12 साल की उम्र चो गुरु नानक साहब जी नूं मिले, क्योंकि बाबा जी का जन्म सन 1506 का है। 1518 नूं गुरु नानक साहब नूं मिलते हैं, 1631 नूं बाबा बुढ़ा साहब ने चलाना किया है। फिर अर्ज सुनियो, 1631 1506, यदा मतलब 125 साल। 125 सालों विच बाबा जी ने 113 साल सिर्फ सिक्खी कमाई है। कहना बहुत सुख है जी, इत्थे 4 दिन वडियाई मिल जाए लोग गद्दियां ला के बह जाते हैं। गुरु नानक साहब तो लैके गुरु हरगोबिंद साहब जी तक 5 पातशाहां नूं गुरियाई तिलक दिता।
एक होर बेनती, बाबा बुढ़ा साहब जी ने गुरु हरगोबिंद साहब नूं गुरमुखी सिखाई, जपजी साहब उन्हां शुरू कराया, गुरु तेग बहादुर साहब नूं भी गुरमुखी ते जपजी साहब बाबा बुढ़ा साहब जी ने सिखाया, क्योंकि उन्हां दे अकाल चलाने तो पहलां गुरु हर राय साहब ते गुरु तेग बहादुर साहब का जन्म हो चुका है। मैं अक्सर कहना 6 पातशाहियां गुरियाई ते विराजमान, 8 पातशाहियां दे पवित्र तन के दर्शन किए ने बाबा बुढ़ा साहब जी ने। पर जिस वक्त उन्होंने अपना शरीरक चोला त्यागया, अमृत वेले चोला त्यागन तो पहला जपजी साहब का पाठ बाबा बुढ़ा साहब जी ने आप बोल के किया है। उस तो बाद उन्हें चोला छड्या जी। मैं इस करके आपनू बेनती कर लगा, मेरा मकसद ये कि आप भावना वाले बैठे हो, घर च बैठे सुनो। अक्सर मैं पहली कथा ही करना मैं जिथे जावां, इन्ने साल हो गए बोलदे संबंधी। मैं कहना सिख सब तो पहला जे शुरुआत करे गुरमुखी सिखे तो जपजी साहब के पाठ घट्टो घट अपने घर निकलन तो पहला जपजी साहब का पाठ जरूर करके जाए। हुण इस तो अगली जी बेनती कर लगा, जप निशान, इस बाणी का नाम है निशान। हुण गुरु ग्रंथ साहब च शब्द उचारण इको रखदा है ते अर्थ बदल जाता है जी। उचारण इको रहेगा, अर्थ बदल जाता है। जिमें हुण मेरी बेनती, शब्द मैं वरत्या निशान, उदाहरण के तौर पर असी एक शब्द वरतने बाणी च घर, उचारण इको ही, पर घर हर थां ते अर्थ एक नहीं रखेगा। असी पढ़ने सोठ महला पंजवां, घर तीजा, घर चौथा, क्योंकि घर पहले तो लैके 17 तक घर आउंदे ने गुरु ग्रंथ साहिब विच, 17 घर। हुण उहदे विच असी घर दा लफजी अर्थ उहदा संगीत नाल है। फिर जदों असी पाठ करने 6 घर 6 गुर 6 उपदेश, उहदा संबंध संगीत नाल नहीं, उस घर दा संबंध शास्त्र नाल। ते अगों जदों असी पाठ करने घर ही मैं अमृत भरपूर है, उहदा संबंध हिरदे नाल है। घर की नार बहुत जास्यों, उहदा संबंध इस्त्री नाल है। मेरे कहण तो मुराद गुरबाणी विच रहमतां वरतियां कि शब्द उचारण एक ही रखदा है, पर प्रकरण अनुसार उहदा अर्थ बदल जाता है। इस करके जो शब्द असी निशान पढ़िया, मैं जप निशान, गुरमुखो निशान के लफ्जी अर्थ बहुत ने। 5 तां बड़े सरल ने। एक निशान का अर्थ है तुझा, झंडा। असी चलो अपने शब्द वरतने, गुरुद्वारा साहब अगे निशान साहब लगा है। दूसरा निशान का लफ्जी अर्थ है जी नगारा, जदों आप नगारा बजाने जेड़ा। तीसरा निशान का अर्थ हुंदा है साइन करने, दस्तखत करने जां अंगूठा लाना। पंजाब विच जी जदों फार्म मिलदा सी थल्ले लिखिया हुंदा सी निशान, इहदा मतलब जां साइन करे ते जां बंदा उस ते अंगूठा लाए। एक निशान का अर्थ है जी निशानी, चिन्ह, निशान पै जाना। गुरमुखो एक निशान का अर्थ है राहदारी। जदों जप निशान दे अर्थ साडे पुरातन विद्वानां ने कीते, इकना ने कीते कि तुझा, कि जपजी साहब की जिहड़ी बाणी है, समझो ये बाणी का निशान है, ये तुझा है। एक अर्थ होर जिहड़े मैनूं बहुत चंगे लगे, वो कहंदे सन ये जप निशान, निशान का अर्थ है राहदारी। पंजाब वाले समझणगे बड़ी छेती राहदारी। जदों कोई चीज़ खरीदते सां ते ओहदा पेपर बन जाता सी, उहनूं राहदारी कहिंदे सां जी। इत्थों तक कि साडे अज भी उत्थे पशु खरीदो, एक शहर तो दूजी स्टेट में जां शहर चल जाना होवे, प्यारिओ ओहदी भी राहदारी पिंड विच नंबरदार बना दिंदा सी। इस पशु का रंग ऐसा है, इहदे सिंग ऐसे ने। राहदारी का अर्थ है जिहड़ा समान है उहदे पेपर, उहदे रस्ते विच काम आउण वाला पेपर कोई रोक ना सके, जिहदे कोल समान भी ठीक होवे ते प्यारिओ राहदारी भी दुरुस्त होवे। उहनूं जे कोई हकूमत का बंदा रोक लवे, ये पुछ लवे भी तू कित्थों लैके आया है, तो वह बोलन की थां ते वो पेपर कढ़ के दिखा दिंदा भी आ मेरी राहदारी है। याद रखियो, राहदारी दुरुस्त होवे ते हकूमत के बंदे रस्ता छड्ड जांदे आ। मेरी एक बेनती है, डॉक्टर तारन सिंह कहंदे आ कि जिस कोल गुरु नानक साहब दे जप की राहदारी है, ये राहदारी परमात्मा के घर विच उहदा कोई रस्ता नहीं रोक सकता। सच ये जिहदे कोल जप है, उहदे कोल परमात्मा के दरगाह की राहदारी है। उन्हां निशान दे अर्थे कीते। एक होर बेनती,
38 ਪੌੜੀਆਂ ਨੇ ਜੀ ਜਪਜੀ ਸਾਹਿਬ ਦੀਆਂ। ਮੇਰਾ ਮਕਸਦ ਸਿਰਫ ਇੰਨਾ ਹੈ, ਚਲੋ ਅਸੀਂ ਆਏ ਹਾਂ। ਮੈਂ ਕੱਲ੍ਹ ਵੀ ਜ਼ਿਕਰ ਕੀਤਾ, ਭਾਈ ਬਲਦੇਵ ਸਿੰਘ ਤੁਹਾਡੇ ਕੋਲ ਸੇਵਾ ਕਰ ਰਹੇ ਆ, ਕਥਾ ਕਰਦੇ ਆ। ਮੇਰੀ ਇੱਕ ਬੇਨਤੀ, ਜੇ ਇਸ ਪ੍ਰੋਗਰਾਮ ਵਿੱਚੋਂ ਜਿਸ ਬੰਦੇ ਨੇ ਕਦੀ ਵੀ ਪਾਠ ਨਹੀਂ ਨਾ ਕੀਤਾ, ਸਵੇਰੇ ਇਹੀ ਕਹਿ ਲੈ ਵੀ ਧੰਨ ਗੁਰੂ ਨਾਨਕ ਦੇਵ ਜੀ, ਆਪ ਜੀ ਦੇ ਨਾਮ 'ਤੇ ਸਮਾਗਮ ਹੋਏ, ਅੱਜ ਤੋਂ ਬਾਅਦ ਮੈਂ ਪਰਨ ਕਰਨਾ, ਤੁਸੀਂ ਮਿਹਰ ਕਰਿਓ, ਮੈਂ ਸਾਰੀ ਜ਼ਿੰਦਗੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਾਂਗਾ। ਫਿਰ ਮੇਰੀ ਅਰਜ਼ ਹੈ ਜੀ, ਉਂਝ ਲੰਗਰ ਲੱਗਾ, ਅਸੀਂ ਆਏ, ਜਥੇ ਤਾਂ ਹੁਣ ਤਾਂ ਲਾਈਵ ਸਾਰੀਆਂ ਥਾਵਾਂ 'ਤੇ ਚੱਲਦਾ ਪਿਆ। ਜਪਜੀ ਸਾਹਿਬ ਦਾ ਮੈਂ ਰਾਤ ਅਰਜ਼ ਕੀਤੀ। ਯਾਦ ਰੱਖਿਓ, ਸਭ ਤੋਂ ਜ਼ਿਆਦਾ ਨੰਨੇ ਅੱਖਰ ਦੀ ਵਰਤੋਂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਕੀਤੀ ਹੈ, ਸਭ ਤੋਂ ਜ਼ਿਆਦਾ। ਹਾਲਾਂਕਿ ਹਜ਼ੂਰ ਦੀ ਲੰਬੇਰੀ ਬਾਣੀ ਇਹ ਸਿੱਧ ਗੋਸ਼ਟ ਹੈ, ਉਹਨਾਂ ਦੀ ਓਂਕਾਰ ਬਾਣੀ, ਦੱਖਣੀ ਓਂਕਾਰ ਜਿਹਨੂੰ ਕਹਿੰਦੇ, ਸਭ ਤੋਂ ਜ਼ਿਆਦਾ ਨੰਨੇ ਅੱਖਰ ਦੀ ਵਰਤੋਂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਕੀਤੀ। ਉਸ ਨੰਨੇ ਨੂੰ ਨੈਗੇਟਿਵ ਅਪਰੋਚ ਨਹੀਂ ਲਿਆ, ਉਸ ਨੰਨੇ ਵਿੱਚ ਵੀ ਸ਼ੁਕਰਾਨਾ ਕਰ ਦਿੱਤਾ। ਜਿਵੇਂ ਅਸੀਂ ਬੜੇ ਦੇਖਾਂਗੇ ਸ਼ਬਦ, ਇਹ ਜੋ ਅਸੀਂ ਪਾਠ ਕਰਨੇ ਆ, ਹੁਕਮੀ ਖੋਵਣ ਆਕਾਰ, ਪਰ ਨਾਲ ਹੀ ਕਹਿ ਦਿੱਤਾ ਹੁਕਮ ਨਾ ਕਹਿਆ ਜਾਈ। ਤੁਸੀਂ ਪੜ੍ਹ ਕੇ ਦੇਖੋ ਸਵੇਰੇ ਜਪਜੀ ਸਾਹਿਬ, ਜੇ ਖੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਇੱਕ ਚੇਤੇ ਰੱਖਿਓ, ਨੰਨੇ ਨੂੰ ਕੰਨਾ ਤੇ ਨੰਨਾ, ਇਹਨਾਂ ਦੇ ਉਚਾਰਨ 'ਚ ਪਲੀਜ਼ ਮੇਰੀ ਬੇਨਤੀ ਹੈ, ਪੋਇਟਰੀ ਵਿੱਚ 2 ਮਾਤਰਾ ਨੇ, ਇੱਕ ਲਘੂ ਹੈ ਤੇ ਇੱਕ ਦੀਰਘ ਹੈ। ਅਕਸਰ ਅਸੀਂ ਪਾਠ ਕਰਦੇ ਹਾਂ, ਜਿਹੜੀ ਦੀਰਘ ਮਾਤਰਾ ਨਹੀਂ ਲੱਗੀ ਉਹਨੂੰ ਆਪਣੇ ਬੋਲ ਵਿੱਚ ਲਾ ਦਿੰਦੇ ਹਾਂ। ਮੈਂ 4 ਪੌੜੀਆਂ ਦੇ ਅਰਥ ਕਰਕੇ ਜਾਣੇ ਨੇ ਜੀ ਅੱਜ। ਉਹ ਅਸੀਂ ਪੜ੍ਹਦੇ ਹਾਂ, ਸੋਚਿਆ, ਸੋਚ, ਅੱਗੇ ਹੈ ਨਾ ਨਹੀਂ ਹੈਗਾ, ਕੰਨਾ ਨਹੀਂ ਲੱਗਾ, ਸਿਰਫ ਨੰਨਾ ਹੈ। ਜੇ ਕੰਨਾ ਲੱਗ ਗਿਆ, ਜਿਹੜੇ ਪੋਇਟਰੀ ਪੜ੍ਹਨ ਵਾਲੇ ਨੂੰ ਪਤਾ, ਕੰਨੇ ਦੀ ਮਾਤਰਾ ਦੀਰਘ ਮਾਤਰਾ ਹੋ ਜਾਂਦੀ ਹੈ। ਜਿਸ ਨੇ ਕਵਿਤਾ ਉਚਾਰਨ ਕੀਤੀ ਹੋਵੇ ਜਾਂ ਲਿਖੀ ਹੋਵੇ, ਪਰ ਇਹ ਤਾਂ ਧੁਰ ਕੀ ਬਾਣੀ ਹੈ, ਤਾਂ ਕਾਵ ਰੂਪ ਹੀ ਨਾ। ਅਸੀਂ ਕੰਨਾ ਆਪਣੇ ਕੋਲ ਲਾਉਂਦੇ ਹਾਂ, ਅਸੀਂ ਲਘੂ ਤੋਂ ਦੀਰਘ ਮਾਤਰਾ ਬਣਾ ਦਿੰਦੇ ਹਾਂ। ਮੈਂ ਫਿਰ ਬੇਨਤੀ ਕਰਾਂਗਾ, ਲਘੂ ਦਾ ਅਰਥ ਥੋੜ੍ਹੇ ਸਮੇਂ 'ਚ, ਉਂਝ ਵੈਸੇ ਪੋਇਟਰੀ ਵਾਲੇ ਕਹਿੰਦੇ ਨੇ ਇੱਕ ਚੁਟਕੀ ਮਾਰੋ ਤੇ ਲਘੂ ਹੁੰਦੀ ਹੈ, 2 ਚੁਟਕੀਆਂ ਕਿਉਂਕਿ ਗਿਣਤੀ ਇਸ ਤਰ੍ਹਾਂ ਕਰਦੇ ਆ ਤੇ ਇਹਦੇ ਨਾਲ ਦੀਰਘ ਹੋ ਜਾਂਦੀ ਹੈ। ਉਂਝ ਹੋਰ ਕਵੀਆਂ ਨੇ ਕਿਹਾ, ਚਲੋ ਇਹ ਵੱਖਰਾ ਵਿਸ਼ਾ, ਵੀ ਗੁਰਬਾਣੀ 'ਚ ਤੇ ਪਿਆਰਿਓ ਇੰਨਾ ਕੁ ਖਜ਼ਾਨਾ ਹੈ, ਇਹਦਾ ਥਾਂ ਹੀ ਕੋਈ ਨਹੀਂ ਪਾਇਆ ਜਾ ਸਕਦਾ। ਪੋਇਟਰੀ, ਸੰਗੀਤ, ਮੈਂ ਪਿਛਲੇ ਦਿਨ ਹੀ ਕਿਹਾ, 15 ਭਾਸ਼ਾਵਾਂ ਵਿੱਚ ਗੁਰੂ ਸਾਹਿਬ ਜੀ ਨੇ ਰੱਬੀ ਬਾਣੀ ਉਚਾਰਨ ਕੀਤੀ ਹੈ। 15 ਭਾਸ਼ਾਵਾਂ ਨੇ ਗੁਰੂ ਗ੍ਰੰਥ ਸਾਹਿਬ 'ਚ। ਉਸ ਦਿਨ ਸ਼ਾਇਦ ਪਹਿਲੇ ਦਿਨ ਦੀਵਾਨ 'ਚ ਕਿਹਾ ਸੀ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਦੇਖੋ, ਸਭ ਤੋਂ ਜ਼ਿਆਦਾ ਨੰਨਾ ਅੱਖਰ ਵਰਤਿਆ। ਮੰਨੇ ਕੀ ਗਤ ਕਹੀ ਨਾ ਜਾਏ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਆਪ ਪਾਠ ਕਰੋਗੇ, ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਐ, ਬਹੁਤਾ ਕਰਮ ਲਿਖਿਆ ਨਾ ਜਾਏ, ਅੰਤ ਨਾ ਸਿਫਤੀ ਕਹਿਨ ਅੰਤ। ਮੇਰੀ ਕਹਿਣ ਤੋਂ ਮੁਰਾਦ ਇੰਨਾ ਨੰਨਾ ਅੱਖਰ ਹਜ਼ੂਰ ਨੇ ਵਰਤਿਆ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਨੇ ਆ, ਸਭ ਤੋਂ ਪਹਿਲੀ ਪੌੜੀ ਦੀਆਂ ਅੰਤਲੀਆਂ ਤੁਕਾਂ ਨੇ ਕਿ ਸਿੱਖ ਦੀ ਮੰਜ਼ਿਲ ਕੀ ਹੈ। ਫਿਰ ਅਰਜ਼ ਸੁਣਿਓ, ਪਹਿਲੀ ਪੌੜੀ ਦੀਆਂ ਅੰਤਲੀਆਂ ਤੁਕਾਂ ਨੇ। ਸਿੱਖ ਛੱਡੋ, ਮੈਂ ਸ਼ਬਦ ਵਰਤਾਂਗਾ ਮਨੁੱਖ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੇਵਲ ਸਿੱਖਾਂ ਵਾਸਤੇ ਨਹੀਂ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇਗਾ ਉਹ ਹੀ ਸਿੱਖ ਬਣ ਜਾਏਗਾ। ਫਿਰ ਅਰਜ਼ ਹੈ ਅਗਲੀ ਗੱਲ, ਕਿ ਇਹ ਬਾਣੀ ਸਿਰਫ ਇਸ ਪਲੈਨਟ ਦੀ ਹੈ? ਇਹ ਪਲੈਨਟ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸਾਡੀ ਹਸਤੀ ਤਾਂ ਰੱਬ ਦੇ ਰਚੇ ਹੋਏ ਬ੍ਰਹਿਮੰਡ ਵਿੱਚ ਜੋ ਕੁਝ ਉਹਨੇ ਰਚ ਦਿੱਤਾ ਹੈ, ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਧਰਤੀ ਤਾਂ ਇਸ ਤਰ੍ਹਾਂ ਜਿਵੇਂ ਬੀਚ ਦੇ ਉੱਤੇ ਪਿਆ ਹੋਇਆ ਰੇਤ ਦਾ ਇੱਕ ਕਣ ਹੈ। ਆਪਣੀ ਹਸਤੀ ਕੀ ਹੈ ਸਾਡੀ ਇੱਥੇ, ਤੇ ਇਹ ਨਿੱਕੇ ਜਿਹੇ ਕਣ ਵਿੱਚ ਬੈਠਾ ਬੰਦਾ ਆਕੜ ਕੇ ਤੁਰਦਾ, ਮੇਰੇ ਵਰਗਾ ਕੋਈ ਨਹੀਂ। ਸਭ ਤੋਂ ਪਹਿਲੀ ਬੇਨਤੀ ਹੈ, ਪਹਿਲੀ ਪੌੜੀ ਦੀ ਅੰਤਲੀ ਤੁਕ ਚੇਤੇ ਰੱਖਣੀ ਹੈ ਕਿ ਸਾਡੀ ਮੰਜ਼ਿਲ ਕੀ ਹੈ। ਉਹ ਹੈ ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਬਸ ਯਾਦ ਰੱਖਿਓ, ਪਹਿਲਾ ਇਹ ਹੈ ਸਚਿਆਰ ਇਨਸਾਨ ਕਿਵੇਂ। ਮੈਂ ਬੜੇ ਸਰਲ ਆਪਾਂ ਅਰਥ ਕਰਨੇ ਨੇ। ਮੇਰੀ ਇੱਛਾ ਸੀ ਮੈਂ 4 ਪੌੜੀਆਂ ਸਿਰਫ, ਕਿਉਂਕਿ ਇਸ ਤੁਕ ਦੀ ਵਿਆਖਿਆ 4 ਪੌੜੀਆਂ ਵਿੱਚ ਹੈ, ਕਿਵ ਸਚਿਆਰਾ ਹੋਈਐ ਦੀ। ਯਾਦ ਰੱਖੋ, ਪੌੜੀ ਜਿਹੜੀ ਹੈ ਜਪਜੀ ਸਾਹਿਬ ਦੀ, ਇੱਕ ਪੌੜੀ ਪੜ੍ਹਦੇ ਹੋ ਸਾਨੂੰ ਦੂਜੀ ਪੌੜੀ ਵਿੱਚ ਲੈ ਜਾਂਦੀ। ਹਰ ਪੌੜੀ ਵੈਸੇ ਮੁਕੰਮਲ ਹੈ, ਅਧੂਰੀ ਨਹੀਂ, ਪਰ ਜਦੋਂ ਬਰੀਕੀ ਨਾਲ ਦੇਖਦੇ ਹੋ, ਹਰ ਪੌੜੀ ਕਹਿੰਦੀ ਹੈ ਇਹਦੇ ਅਰਥ ਹੋਰ ਗਹਿਰਾਈ 'ਚ ਵੇਖਣੇ ਤੇ ਅੱਗੇ ਚੱਲ। ਉਸ ਹੁਣ ਤੁਸੀਂ 5 ਖੰਡ ਨੇ, 5 ਖੰਡਾਂ ਦਾ ਇੱਕ ਖੰਡ ਅੱਗੇ ਨਹੀਂ ਲੈ ਕੇ ਜਾ ਰਿਹਾ। ਜਦੋਂ ਆਪਾਂ ਧਰਮ ਖੰਡ ਪੜ੍ਹਨੇ ਆ, ਉਦੋਂ ਬਾਅਦ ਗਿਆਨ ਖੰਡ ਸ਼ੁਰੂ ਹੁੰਦਾ। ਗੁਰੂਦੇਵ ਗਿਆਨ ਖੰਡ ਧਰਮ ਖੰਡ ਸ਼ਬਦ ਤੋਂ ਸ਼ੁਰੂ ਕਰਦੇ ਆ। ਧਰਮ ਖੰਡ ਕਾ ਏਕੋ ਧਰਮ, ਗਿਆਨ ਖੰਡ ਕਾ ਆਖੋ ਕਰਮ।
ਇਹਦਾ ਮਤਲਬ ਧਰਮਖੰਡ ਵਾਲੀ ਗੱਲ ਉੱਥੇ ਅੱਗੇ ਆ ਗਈ। ਧਰਮਖੰਡ ਤੋਂ ਗਿਆਨਖੰਡ, ਗਿਆਨਖੰਡ ਤੋਂ ਸਰਮਖੰਡ। ਤੇ ਕਮਾਲ ਦੀ ਗੱਲ, ਖੰਡ 5 ਨੇ ਪਰ ਪੌੜੀਆਂ 4 ਨੇ। 5 ਖੰਡਾਂ ਦੀਆਂ 5 ਪੌੜੀਆਂ ਨਹੀਂ। ਧਰਮਖੰਡ ਦੀ ਵੱਖਰੀ ਪੌੜੀ, ਗਿਆਨਖੰਡ ਦੀ ਵੱਖਰੀ ਪੌੜੀ, ਸਰਮਖੰਡ ਦੀ ਵੱਖਰੀ ਪੌੜੀ, ਕਰਮਖੰਡ ਤੇ ਸੱਚਖੰਡ ਇੱਕੋ ਪੌੜੀ ਵਿੱਚ ਨੇ। ਪਤਾ ਹੀ ਨਹੀਂ ਲੱਗਦਾ ਬੰਦਾ ਕਰਮਖੰਡ ਤੋਂ ਸੱਚਖੰਡ ਕਿਤੇ ਚਲਾ ਗਿਆ। ਕਰਮਖੰਡ ਦਰ ਤੇ ਬਖਸ਼ਿਸ਼ ਵਾਲਾ ਖੰਡ, ਬਖਸ਼ਿਸ਼ ਵਾਲੇ ਲਈ ਦੂਜੀ ਪੌੜੀ ਨਹੀਂ। ਪਰ ਮੈਂ ਫਿਰ ਬੇਨਤੀ ਕਰਾਂਗਾ, ਆਪ ਧਿਆਨ ਦਿਆ ਜੇ। ਪਹਿਲਾ ਕੁਐਸਚਨ ਇਹ ਵੇ, ਕਿਵ ਸਚਿਆਰਾ ਹੋਈ ਹੈ। ਸਚਿਆਰ ਦਰ ਤੇ ਕਿਵੇਂ ਅੰਦਰੋਂ ਸੁੱਚੇ ਹੋ ਸਕੀਏ। ਕਿਵ ਕੂੜਾ ਟੁੱਟੈ ਪਾਲ। ਪਾਲ ਦਾ ਅਰਥ ਵੈਸੇ ਪਰਦਾ ਹੁੰਦਾ ਹੈ ਜੀ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਪਾਲ ਦਾ ਅਰਥ ਵੱਟ ਵੀ ਆਇਆ। ਪੰਜਾਬੀ ਸ਼ਬਦ ਸਮਝ ਵੱਟ, ਜਿਵੇਂ ਖੇਤਾਂ ਦੀ ਵੱਟ ਨਹੀਂ ਸਾਂ ਮਾਰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਦੇਖੋ ਹੁੰਦੀ ਸੂਕੈ ਸਰਵਰ ਪਾਲ ਬੰਧਾਵੈ ਲੂਣਾ ਖੇਤ। ਉਹ ਪਾਲ ਦਾ ਅਰਥ ਹੈ ਵੱਟ, ਇੱਥੇ ਪਾਲ ਦਾ ਅਰਥ ਹੈ ਪਰਦਾ। ਜਿਹੜੀ ਜੀਵ ਦੀ ਤੇ ਪਰਮਾਤਮਾ ਦੇ ਦਰਮਿਆਨ ਕੂੜ ਦਾ ਪਾਲਕ ਹੈ, ਕੂੜ ਦਾ ਪਰਦਾ ਹੈ, ਇਹ ਕਿਵੇਂ ਖਤਮ ਹੋ ਸਕਦਾ ਜੀ। ਹੈ ਤਾਂ ਬੰਦਾ, ਸਾਰੇ ਕਹਿੰਦੇ ਆ ਕਹੋ ਕਬੀਰੇ ਰਾਮ ਕੀ ਅੰਸ਼। ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਸਭ 'ਚ ਪਰਮਾਤਮਾ ਦੀ ਜੋਤ ਹੈ ਤੇ ਜੋਤ ਕਦੀ ਮੈਲੀ ਹੋ ਸਕਦੀ ਹੈ ਜੀ। ਇਹ ਰਾਮ ਕੀ ਅੰਸ਼ ਹੈ ਨਾ। ਯਾਦ ਰੱਖੋ, ਇੱਕ ਹੋਰ ਬੇਨਤੀ ਸੁਣਿਓ, ਮੈਂ ਸ਼ਬਦ ਬੜੇ ਜੇ ਡੂੰਘੇ ਵੀ ਕਹਾਂਗਾ, ਆਪਾਂ ਬੜੇ ਸਰਲ ਕਰ ਲੈਂਦੇ। ਅਸੀਂ ਕਹਿੰਦੇ ਆ ਪਾਣੀ ਮੈਲਾ ਹੋ ਗਿਆ, ਪਰ ਪਾਣੀ ਕਦੇ ਤਾਂ ਮੈਲਾ ਹੁੰਦਾ ਹੀ ਨਹੀਂ ਜੀ। ਪਾਣੀ ਕਦੀ ਮੈਲਾ ਨਹੀਂ ਹੁੰਦਾ। ਵਕਤੀ ਤੌਰ ਤੇ ਲੱਗਦਾ ਪਾਣੀ ਮੈਲਾ ਹੋ ਗਿਆ। ਜਿੰਨਾ ਮਰਜੀ ਗੰਦੇ ਨਾਲੇ ਦਾ ਪਾਣੀ ਜਾਂ ਗੰਦੇ ਨਾਲੀ ਚੋਂ ਪਾਣੀ ਜਾਏ, ਮੈਲਾ ਪਾਣੀ, ਤੁਸੀਂ ਦੇਖਿਓ ਇੱਕ ਦਿਨ ਬਦਬੋ ਵਾਲਾ ਪਾਣੀ, ਉਹਨੂੰ ਧੁੱਪ, ਸੂਰਜ ਦੀਆਂ ਕਿਰਨਾਂ ਤੇ ਹਵਾ ਉਡਾ ਕੇ ਲੈ ਜਾਂਦੀ ਏ, ਮੈਲ ਧਰਤੀ ਤੇ ਰਹਿ ਜਾਂਦੀ, ਉਹ ਫਿਰ ਬੱਦਲ ਬਣ ਕੇ ਵਰਸਣ ਲੱਗ ਪੈਂਦਾ ਹੈ, ਕਿਉਂਕਿ ਮੈਲਾ ਹੁੰਦਾ ਹੀ ਨਹੀਂ। ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ। ਪਰ ਆਪਾਂ ਤੇ ਕਹਿੰਦੇ ਪਾਣੀ ਨੂੰ ਮੈਲ ਲੱਗਦੀ। ਇਹ ਜਿਹੜੀ ਸਾਡੇ ਤੁਹਾਡੇ 'ਚ ਅੰਸੇ ਪਰਮਾਤਮਾ ਦੀ ਹੈ ਨਾ, ਇਹ ਵਕਤੀ ਤੌਰ ਤੇ ਲੱਗਦਾ ਵਾਸ਼ਨਾ ਆ ਗਈ, ਮੈਲਾ ਹੋ ਗਿਆ, ਪਰ ਯਾਦ ਰੱਖਿਓ ਅਖੀਰ ਤੇ ਇਹਨੇ ਮੈਲਾ ਨਹੀਂ ਰਹਿਣਾ, ਨਿਰਮਲ ਦਾ ਨਿਰਮਲ ਹੀ ਰਹਿਣਾ ਹੈ, ਕਿਉਂਕਿ ਜਿਹੜਾ ਜਿਹਦੀ ਅੰਸ ਉਹ ਤਾਂ ਮੈਲਾ ਹੈ ਹੀ ਨਹੀਂ। ਪਰ ਫਿਰ ਵੀ ਅਰਜ਼ ਹੈ ਕਿ ਇੱਕ ਕੂੜ ਦੀ ਪਾਲ ਜਿਹਨੂੰ ਖੌਮੇ ਕਹਿੰਦੇ ਆ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਕਿਵੇਂ ਪਾਲ ਟੁੱਟੇ। ਅੱਗੇ ਗੁਰੂ ਸਾਹਿਬ ਇੰਨੀ ਕਿਰਪਾ ਕੀਤੀ ਜੀ, ਜਿਹੜਾ ਕੁਐਸਚਨ ਪੈਦਾ ਕੀਤਾ ਉਹਦਾ ਉੱਤਰ ਦੇ ਦਿੱਤਾ। ਕਹਿਣ ਲੱਗੇ ਬਸ ਇੱਕ ਕੰਮ ਕਰ, ਬਾਕੀ ਨਾ ਕਰੀ ਹੁਕਮ ਰਜਾਈ। ਯਾਦ ਰੱਖਿਓ ਹੁਕਮ, ਮੈਂ ਇਹ ਥੋੜ੍ਹੇ ਅਰਥ ਕਰਾਂਗਾ ਆਪਾਂ ਹੁਕਮ ਦੇ। ਉਂਝ ਫਿਰ ਵੀ ਮੇਰੀ ਬੇਨਤੀ, ਮੈਂ ਕਥਾ 'ਚ ਕਹਿ ਦਿੱਤਾ ਹੁਕਮ ਦੇ ਅਰਥ ਕਰਾਂਗੇ। ਕੌਣ ਜੰਮਿਆ ਹੁਕਮ ਦੀ ਵਿਆਖਿਆ ਕਰ ਸਕੇ, ਕਿਉਂਕਿ ਹੁਕਮ ਕਿਹਾ ਜਾ ਨਹੀਂ ਸਕਦਾ, ਮੰਨਿਆ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਅੱਗੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਕੀ ਹੈ ਅੱਗੇ ਆਪਾਂ ਦੇਖਦੇ ਹਾਂ। ਵੈਸੇ ਸ਼ਬਦ ਰਜ਼ਾ ਤੇ ਹੁਕਮ ਕਹਿੰਦੇ ਨੇ ਪਰਿਆਵਾਚੀ। ਸਭ ਤੋਂ ਪਹਿਲਾਂ ਅਰਬੀ ਦਾ ਸ਼ਬਦ ਗੁਰਦਾਸ ਦੇਵ ਨੇ ਪਹਿਲੀ ਪੌੜੀ 'ਚ ਵਰਤਿਆ, ਕਿਉਂਕਿ ਹੁਕਮ ਸ਼ਬਦ ਪਰਸ਼ੀਅਨ ਦਾ ਨਹੀਂ, ਅਰਬਿਕ ਹੈ। ਰਜ਼ਾ ਦਾ ਅਰਥ ਵੈਸੇ ਕਹਿੰਦੇ ਅਸੀਂ, ਇਹਦਾ ਸਮਾਨ ਅੰਤਰ ਇੱਕ ਸ਼ਬਦ ਹੈ ਬਾਣੀ 'ਚ ਫੁਰਮਾਨ, ਹਿੰਦੀ 'ਚ ਕਹਿੰਦੇ ਆ ਆਗਿਆ, ਪਰ ਇੱਥੇ ਰਜ਼ਾ ਦਾ ਲਫ਼ਜ਼ੀ ਉਂਝ ਪੂਰਾ ਸ਼ਬਦ ਇਹ ਜਦੋਂ ਪਰਸ਼ੀਅਨ 'ਚ ਪੜੋਗੇ ਤੇ ਕਹਿਣਗੇ ਰਿਜ਼ਾ। ਰਿਜ਼ਾ ਮੀਨਜ ਪ੍ਰਸੰਨਤਾ। ਇਹਦਾ ਅਰਥ ਹੈ ਹੁਕਮ ਰਜਾਈ ਚੱਲਣਾ, ਮਜਬੂਰੀ ਨਾਲ ਨਹੀਂ, ਉਲਾਮਿਆਂ ਨਾਲ ਨਹੀਂ। ਕੂੜ ਦੀ ਪਾਲ ਤਾਂ ਟੁੱਟੇਗੀ ਜੇ ਉਹਦੇ ਹੁਕਮ ਨੂੰ ਸੱਚੀ ਮੁੱਚੀ ਖਿੜੇ ਮੱਥੇ ਸਵੀਕਾਰ ਕਰ ਲਏਗਾ, ਤਾਂ ਪਿਆਰ ਨਾਲ ਸਵੀਕਾਰ ਕਰ ਲੈ। ਹੁਣ ਇੱਕ ਸਵਾਲ ਹੈ ਕਿ ਬਾਬਾ ਜੀ ਆਪ ਜੀ ਨੇ ਕਿਹਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿ ਇਸ ਤੋਂ ਪਹਿਲਾਂ ਕਦੀ ਕਿਸੇ ਨੇ ਉਦਮ ਨਹੀਂ ਕੀਤਾ ਸਚਿਆਰ ਹੋਣ ਦਾ। ਤੁਹਾਡੇ ਤੋਂ ਪਹਿਲਾਂ ਕਿਸੇ ਨੇ ਕੋਈ ਤਰੀਕਾ ਨਹੀਂ ਅਪਣਾਇਆ ਵੀ ਬੰਦੇ ਦੀ ਮੈਲ, ਕੂੜ ਦੀ ਪਾਲ, ਖੌਮੇ ਦੀ ਕੰਧ ਟੁੱਟ ਜਾਏ। ਮਹਾਰਾਜ ਜੀ ਨੇ ਕਿਹਾ ਤਰੀਕਾ ਤਾਂ ਅਪਣਾਏ ਪਰ ਮੰਜ਼ਿਲ ਤੇ ਨਹੀਂ ਪਹੁੰਚ ਸਕੇ। ਮਹਾਰਾਜ ਕਿਹੜੇ? ਫਿਰ 4 ਤਰ੍ਹਾਂ ਦੇ ਤਰੀਕਿਆਂ ਦਾ ਜ਼ਿਕਰ ਕੀਤਾ। ਮਹਾਰਾਜ ਨੇ ਕਿਹਾ ਪਹਿਲਾ ਤਰੀਕਾ ਲੋਕਾਂ ਅਪਣਾਇਆ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਆਪ ਬਹੁਤ ਸੋਹਣੀ ਇਕਾਗਰਤਾ ਬਣਾਈ ਹੈ। ਮੈਂ ਜ਼ਿਆਦਾ डिटेल 'ਚ ਨਹੀਂ ਜਾਵਾਂਗਾ, ਸਿਰਫ ਸੰਖੇਪ। ਇਹ ਹੈ ਸੋਚੈ। ਭਾਵਾਂ ਕਿ ਸਾਡੇ ਵਿਦਵਾਨਾਂ ਨੇ ਸੋਚੈ ਦਾ ਅਰਥ ਸੋਚ ਮੰਡਲ ਨਾਲ ਕੀਤਾ ਹੈ, ਪਰ ਜ਼ਿਆਦਾਤਰ ਅਰਥ ਜਿਹੜੇ ਸੋਚਦੇ ਨੇ ਉਹ ਇਸ਼ਨਾਨ ਨਾਲ ਕੀਤੇ ਗਏ। ਆਪ ਜੀ ਨੂੰ ਸ਼ਾਇਦ ਜਾਣਕਾਰੀ ਹੋਵੇ,
ਪਹਿਲਾਂ ਇਹ ਅਰਥ ਇਹੀ ਹੁੰਦੇ ਰਹੇ ਆ ਪੁਰਾਤਨ ਕਿ ਸੋਚ ਮੰਡਲ, ਸੋਚਣ ਨਾਲ। ਸਭ ਤੋਂ ਪਹਿਲਾਂ ਸੋਚ ਦਾ, ਪਵਿੱਤਰਤਾ ਦਾ ਅਰਥ ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਆਪਣੀ ਗਰਭ ਗੰਜਨੀ ਟੀਕੇ ਵਿੱਚ ਕੀਤਾ ਹੈ। ਮੇਰੀ ਫਿਰ ਅਰਜ਼ ਹੈ, ਫਿਰ ਸੁਣਿਓ। ਸੋਚੈ ਇਹਦਾ ਅਰਥ ਹੈ ਸਰੀਰਕ ਇਸ਼ਨਾਨ, ਪਰ ਮੈਂ ਦਾਵਾ ਨਹੀਂ ਕਰਾਂਗਾ ਅਰਥਾਂ 'ਚ। ਰਾਤ ਵੀ ਮੈਂ ਕਿਹਾ ਸੀ ਅਰਥ ਕੀਤਾ ਜਾ ਸਕਦਾ ਪਰ ਦਾਅਵੇ ਨਹੀਂ ਕਰਨੇ ਚਾਹੀਦੇ। ਆਪ ਜੀ ਨੂੰ ਪਤਾ ਹੋਣਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਸਾਹਿਬ ਦੀ ਕਥਾ ਕੀਤੀ ਹੈ ਜੀ। ਜਦੋਂ ਮਹਾਰਾਜ ਕਸ਼ਮੀਰ ਗਏ ਤੇ ਜਪਜੀ ਸਾਹਿਬ ਦੀ ਸੰਗਤ ਨੇ ਕਿਹਾ ਮਹਾਰਾਜ ਜੀ ਜਪਜੀ ਸਾਹਿਬ ਦੀ ਕਥਾ ਸੁਣਾਓ। ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਸਾਹਿਬ ਦੀ ਕਥਾ ਕੀਤੀ। ਜਿਸ ਦਿਨ ਜਪਜੀ ਸਾਹਿਬ ਦੀ ਸੰਪੂਰਨਤਾ ਹੋਈ, ਉਂਝ ਮੈਂ ਹਰ ਥਾਂ ਤੇ ਪ੍ਰਬੰਧਕ ਵੀਰਾਂ ਨੂੰ ਗੁਰਦੁਆਰਿਆਂ ਵਿੱਚ ਹੱਥ ਜੋੜ ਕੇ ਕਹਿਣਾ, ਗੁਰਸਿੱਖੋ ਗੁਰਦੁਆਰਾ ਕੇਵਲ ਤਾਂ ਕੇਵਲ ਰਾਜਨੀਤੀ ਦੇ ਅਖਾੜਾ ਨਹੀਂ, ਸਿਰਫ ਲੰਗਰ ਛਕਣ ਵਾਸਤੇ ਨਹੀਂ। ਸੱਚ ਇਹ ਵੇ ਗੁਰਦੁਆਰਾ ਉਹ ਪਾਠਸ਼ਾਲਾ ਹੈ ਜਿੱਥੇ ਹਰ ਸਾਲ ਬਾਅਦ ਸਿੱਖ ਦਾ ਅੰਦਰ ਰੂਹਾਨੀਅਤ ਨਾਲ ਭਰਪੂਰ ਹੋਣਾ ਚਾਹੀਦਾ ਹੈ। ਪਰ ਉਂਝ ਬੇਨਤੀ ਹੈ, ਜੇ ਸਾਲ ਵਿੱਚ ਇੱਕ ਵਾਰੀ, 2 ਵਾਰੀ ਨਹੀਂ, ਇੱਕ ਵਾਰੀ ਜਿੰਨੀਆਂ ਬਾਣੀਆਂ ਦਾ ਨਿਤਨੇਮ ਆਪਾਂ ਕਰਨੇ ਆ ਨਾ, ਭਾਈ ਸਾਹਿਬ ਜੀ ਆਪ ਜੀ ਕੋਲ ਨੇ, ਸ਼ਾਮ ਨੂੰ ਜਾਂ ਵੀਕਐਂਡ ਤੇ ਸਿਰਫ ਅੱਖਰੀ ਅਰਥ ਕੀਤੇ ਜਾਣ, ਘੱਟੋ ਘੱਟ ਸੰਗਤ ਨੂੰ ਪਤਾ ਲੱਗੇ ਜੋ ਨੇਮ ਰੋਜ਼ ਨਿਭਾਇਆ ਜਾਂਦਾ ਇਹਦਾ ਅਰਥ ਕੀ ਹੈ। ਇਹ ਵੇਖੋ ਆਪਾਂ ਉਦਮ ਕਰਾਂਗੇ ਤੇ ਬਖਸ਼ਿਸ਼ ਕਰਦੇ ਨੇ ਸਤਿਗੁਰੂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਕਥਾ ਕੀਤੀ ਤੇ ਜਦੋਂ ਕਥਾ ਸਮਾਪਤ ਹੋਈ ਤੇ ਸ਼ੁਕਰਾਨਾ ਕੀਤਾ ਤੇ ਮਹਾਰਾਜ ਆਪ ਜੀ ਦਾ ਧੰਨਵਾਦ। ਉੱਥੇ ਮਹਾਰਾਜ ਨੇ ਸ਼ਬਦ ਬੜੇ ਪਿਆਰੇ ਕਹੇ, ਕਹਿਣ ਲੱਗੇ ਗੁਰਸਿੱਖੋ ਸੰਗਤ ਜੀ, ਆਪ ਜੀ ਨੇ ਕਿਹਾ ਜਪ ਦੇ ਅਰਥ ਅਸੀਂ ਕਰ ਦਿੱਤੇ, ਪਰ ਅਸਲੀ ਅਰਥ ਗੁਰੂ ਨਾਨਕ ਸਾਹਿਬ ਜਾਣੇ ਜਿਨੇ ਜਪ ਉਚਾਰਨ ਕੀਤਾ ਹੈ। ਉਹ ਸ਼ਬਦ ਨੇ ਬੌਰ ਸ਼੍ਰੀ ਮੁਖ ਬਚਨ ਪਖਾਨੋ, ਅਰਥ ਯਾਹੇ ਗੁਰੂ ਨਾਨਕ ਜਾਨੋ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਧਿਆਨ ਨਾਲ ਸੁਣਿਓ ਜੀ। ਸੋਚੈ ਦਾ ਅਰਥ ਮੈਂ ਕੀਤਾ ਇਸ਼ਨਾਨ। ਉਸ ਪੱਧਰ ਤੇ ਸੋਚ ਕਰੇ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਉਸ ਹਿਸਾਬ ਨਾਲ ਕਰ ਰਿਹਾ। ਸੋਚੈ ਇਹਦਾ ਅਰਥ ਹੈ ਸਰੀਰ ਦੇ ਇਸ਼ਨਾਨ ਨਾਲ ਉਦਮ ਲੋਕ ਕਰਦੇ ਰਹੇ, ਤੀਰਥ ਇਸ਼ਨਾਨ ਕਰਦੇ ਰਹੇ। ਅੱਗੇ ਵੇ ਸੋਚ ਕਿੰਨਾ ਫਰਕ ਕਰ ਚ ਪੈ ਗਿਆ। ਪਹਿਲਾ ਸੋਚੈ ਦਾ ਅਰਥ ਹੈ ਤਨ ਦਾ ਇਸ਼ਨਾਨ, ਦੂਜੇ ਸੋਚ ਦਾ ਅਰਥ ਹੋ ਗਿਆ ਮਨ ਦਾ ਇਸ਼ਨਾਨ। ਫਿਰ ਸੁਣਿਓ ਲਫ਼ਜ਼ ਦੋ ਨੇ। ਸੋਚੈ, ਪਹਿਲਾ ਸੋਚੈ ਦਾ ਅਰਥ ਤਨ ਦਾ ਇਸ਼ਨਾਨ, ਦੂਜੇ ਸੋਚ ਦਾ ਅਰਥ ਹੈ ਮਨ ਦੀ ਪਵਿੱਤਰਤਾ। ਇਹ ਤਾਂ ਅਰਥਾਂ ਨਾਲ ਹੀ ਸਮਝ ਪਏਗੀ ਨਾ। ਇਹਦਾ ਅਰਥ ਹੋ ਗਿਆ ਬਾਹਰ ਦੇ ਇਸ਼ਨਾਨ ਨਾਲ ਤੇਰੇ ਅੰਦਰ ਨੇ ਸੁੱਚਿਆ ਨਹੀਂ ਹੋਣਾ। ਇੱਕ ਦਿਨ ਨਹੀਂ, 2 ਦਿਨ ਨਹੀਂ, ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰੀ ਵੀ ਸੋਚੀ ਮੀਨ ਜੇ ਇਸ਼ਨਾਨ ਕਰ ਲੈ, ਜੇ ਲੱਖਾਂ ਵਾਰੀ ਵੀ ਤੂੰ ਆਪਣੀ ਸਕਿਨ ਤੀਰਤ ਤੇ ਧੋਈ ਜਾਏ, ਯਾਦ ਰੱਖੀ ਕੂੜ ਦੀ ਪਾਲ ਨਹੀਂ ਉਤਰਨੀ, ਭਾਵੇਂ ਲੱਖਾਂ ਵਾਰੀ ਵੀ ਟੁੱਬੀਆਂ ਲਾ ਲੈ। ਫਿਰ ਅਗਲੀ ਬੇਨਤੀ, ਇੱਕ ਤਰੀਕਾ ਹੋਰ ਅਪਣਾਇਆ, ਅੱਜ ਵੀ ਅਪਣਾਉਂਦੇ ਆ ਜੀ, ਵੀ ਮੈਂ ਮੌਨ ਧਾਰਨ ਕਰ ਲਿਆ। ਇਹ ਉਂਝ ਵੈਸੇ ਘੱਟ ਬੋਲਣਾ ਚੰਗੀ ਗੱਲ ਹੈ। ਇਹ ਸੋਚੀਏ ਵੀ ਮੌਨ ਰੱਖ ਕੇ, ਮੈਨੂੰ ਪਤਾ ਬੜੇ ਬੁੱਧਿਜ਼ਮ ਦਾ ਤਕਰੀਬਨ ਇਹਦੇ ਤੇ ਚੱਲਦਾ ਜੀ। ਅੱਜ ਸਾਰੇ ਇਹ ਧਿਆਨ, ਜਦੋਂ ਸਵਾਸ ਦੀ ਗੱਲ ਕਰਦੇ ਆ ਨਾ ਜੀ, ਆ ਬਲੱਡ ਪ੍ਰੈਸ਼ਰ ਕੁਝ ਹੋਵੇ, ਉਹ ਕਹਿੰਦੇ ਗਹਿਰਾ ਸਾਹ ਲੈ ਤੇ ਸਾਹ ਵੱਲ ਧਿਆਨ ਰੱਖ। ਇੱਕ ਸਾਧਨਾ ਹੈ ਜੀ, ਸਾਹ ਲਈ ਜਾਓ ਤੇ ਆਪਣਾ ਧਿਆਨ ਸਾਹ ਵਿੱਚ ਰੱਖੋ, ਮਨ ਟਿਕਣ ਲੱਗ ਪੈਂਦਾ। ਪਰ ਪਿਆਰਿਓ, ਮਨ ਦਾ ਟਿਕਾ ਮੰਜ਼ਿਲ ਨਹੀਂ, ਮਨ ਟਿਕੇ ਹੋਏ ਵਿੱਚ ਆਪਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਨੂੰ ਜਾਣਾ ਹੈ। ਫਿਰ ਅਰਜ ਟਿਕਾ ਬੜੀ ਵੱਡੀ ਚੀਜ਼ ਹੈ। ਹੁਣ ਆਪਾਂ ਖੇਤ ਵਾਹ ਦਿੱਤਾ, ਖਾਦ ਪਾ ਦਿੱਤੀ, ਪਾਣੀ ਵੀ ਲਾ ਕੇ ਖੇਤ ਬਿਲਕੁਲ ਤਿਆਰ ਹੋ ਗਿਆ, ਤੇ ਆਪਾਂ ਕੀ ਨਹੀਂ ਜੀ ਬਸ ਮੰਜ਼ਿਲ ਮਿਲ ਗਈ। ਅਗਲਾ ਕਹੇਗਾ ਮੰਜ਼ਿਲ ਨਹੀਂ, ਅਜੇ ਬੀਜ ਪਾ, ਇਸ ਤੋਂ ਅਗਾਂਹ ਮੰਜ਼ਿਲ ਲੱਭੇਗੀ। ਮਨ ਦੀ ਇਕਾਗਰਤਾ ਬੜੀ ਅੱਛੀ ਬਾਤ ਹੈ। ਗੁਰੂ ਜੀ ਨੇ ਇੱਥੇ ਕਿਹਾ ਲੋਕ ਚੁੱਪ ਧਾਰਨ ਕਰਕੇ ਮੌਨੀ ਹੋ ਗਏ। ਉਂਝ ਗੁਰਬਾਣੀ ਨੇ ਕਿਹਾ ਜਿੱਥੇ ਜਾਓ ਪਹਿਲਾਂ ਸੁਣੋ ਬਾਅਦ ਵਿੱਚ ਬੋਲੋ। ਜਬ ਲਗ ਦੁਨੀਆ ਰਹੀ ਹੈ ਨਾਨਕ ਕੀ ਸੁਣੀਐ ਕਿਛ ਕਹੀਏ, ਪਹਿਲਾਂ ਸੁਣੀਐ। ਮਹਾਰਾਜ ਨੇ ਕਿਹਾ ਬਾਣੀ 'ਚ ਸੰਤ ਮਿਲੈ ਕਿਛ ਸੁਣੀਐ, ਬਾਅਦ 'ਚ ਕਿਹਾ ਕਹੀਏ। ਪਰ ਜੇ ਬੰਦਾ ਕਹੇ ਮੈਂ ਬੋਲਣਾ ਨਹੀਂ, ਮਹਾਰਾਜ ਕਹਿੰਦੇ ਕੀ ਜ਼ਬਾਨ ਦੀ ਚੁੱਪ ਨਾਲ ਤੇਰੇ ਮਨ ਅਫੁਰ ਹੋ ਜਾਏਗਾ। ਰਾਤ ਜਦੋਂ ਆਪਾਂ ਕਥਾ ਕੀਤੀ ਸੀ ਸੁਨ ਮੋ ਨਗਰੀ ਪਈ, ਮਹਾਰਾਜ ਨੇ ਕਿਹਾ ਚੁੱਪ ਹੈ। ਫਿਰ ਸੁਣਿਓ, ਪਹਿਲਾ ਚੁੱਪੈ ਦਾ ਅਰਥ ਹੈ ਜ਼ਬਾਨ ਦੀ ਚੁੱਪ, ਤੇ ਦੂਜੇ ਚੁੱਪ ਦਾ ਅਰਥ ਹੈ ਮਨ ਦਾ ਚੁੱਪ ਹੋ ਜਾਣਾ। ਫਰਕ ਹੈ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ। ਅਸਲ 'ਚ ਸ਼ਬਦ ਇੱਕ ਧਾਰ, ਤੇਲ ਦੀ ਧਾਰ
बिल्कुल एक समान चलती है। कहते जे तू इस तरह भी अपनी लिव ला लै ना, बंदे चेते रखी तेरे अंदर ने शांत नहीं होना। दो बचन हो गए, सोचै ते चुप है। सोचै सोच ना होवी, जे सोची लखवार, चुप है चुप ना होवी, जे लाए रहा लिवतार। अगे आ गया जी भुखिया। वेखो किड्डे कमाल की गल। दूजा सोच का अर्थ ही मन का पवित्र, दूजी चुप का अर्थ है मन का टिक जाना। तो इत्थे पहली भुख का संबंध तन नाल है, दूजी भुख का संबंध मन दे नाल है। भुखिया भुख ना उतरी। वेखो ये अर्थां च, क्योंकि सब तो ज़्यादा टीके जपजी साहिब दे होए आ। अनमत वाले किते सब तो वध कथा जपजी साहिब दी होई है। इन्नी कथा ते टीके होने के बावजूद भी जप अकथनीय है, उन्होंने कोई कथ नहीं सकता। फिर अर्ज है उत्थे सतगुरां ने शब्द वरतिया, कह लगे चुप है चुप ना होवई, जे लाए रहा लिवतार भुखिया। कई वारी की हुंदा है किसी पदार्थ की भुख रवे, भारत भी सी आ वर्त रख लै, इन्ने दिन भुखा रह जी ते तेरी माँ ये मुराद पूरी हो जाएगी। गुरु साहब कहते वर्त रखिया भुखिया रहा, मान लो एक चीज़ तेन मिल गई, मन कमले ने कित्थे रज जाना ने, फिर वर्त रखने ने, मैनू फलां चीज़ मिल जाए। भुखिया भुख ना उतरी, जे बन्ना पुरियां भार। प्यारे सारियां पुरियां दा भार पदार्थ आ जान कि मन राजूगा। फिर बेनती सुनियो, क्योंकि मैं मेरी इच्छा है भी सिर्फ 4 पौड़ियां अखरी अर्थ। उंज मैं भाई साहब नूं कहा समागम तुसीं कर दिओ, चाहिए कि गुरुद्वारे च हर सबजैक्ट होवे भी किस सबजैक्ट ते कीर्तन होना है, किस सबजैक्ट ते कथा होनी है। क्योंकि असी कई बार कहने भाई साहब जी आ शब्द दोबारा पढ़, उंज तो कला वाहगुरू सारी जिंदगी गाई जो, इसकी वकैबलरी कोई नहीं मुकनी। मैं एक दिन कहा सी, कोई बंदा विरोध करके निंदिया करता है ना, उन्होंने रिएक्ट ना करिए तो चंगा रहेगा। आप कहेंगे आप कमज़ोर हाँ, गल ये नहीं। क्योंकि जिहो जे बंदे नूं चेत करोगे उहदे थॉट्स अंदर असर करनगे। क्योंकि कोई बंदा आप सच्चे हाँ, मैनू पता है तुहानू पता है मैं अंदरों सच्चा वा, एक गाल कालू दो गाल कालू, क्योंकि गालां दी ते निंदिया दी वोकैबलरी बिल्कुल छोटी है। ये 2-4 दिन चल जाती मुक जाती है। कला वाहगुरू जी सारी जिंदगी कई जो प्यारे कदी भी मुकदा नहीं, ये नित नवा है। सुनियो आप जी बेनती जी, हुण इत्थे शब्द है भुखिया भुख ना उतरी, जे बन्ना पुरियां भार। 3 गल्लां हो गई जी, सोच चुप ते वर्त रखना। तीसरा है साहस। याद रखियो सियारी कोई नहीं लगी, सस्सा हा सस्सा साहस, इहदा अर्थ है हज़ारां। सियाणपा हज़ारां सियाणपा, लख हो हैं, इहदा अर्थ हो गया हज़ारां ते लखां सियाणपा तेरे कोल होण, सियाणा बन के चातुर बन के दुनिया नूं मगर ला सकना है, पर सियाणिया बन के अंदर दी मैल नहीं जाती खुंदी। सहस सियाणपा लख होए तां एक ना चलै नाल। इहदा मतलब 4 बचन हो गए जी, सोच चुप वर्त ते सियाणपा। फिर सवाल जिहड़ा असी पैदा करना सी, महाराज हर चीज़ नूं खंडन करता, ये भी नहीं ये भी नहीं, फिर तुसी दसो। वो गल बाबा जी ने आप ही कर ली, किव सचियारा होई है किव कूड़ा टुटै पाल। अगे गुरु जी ने क्या हुक्म रजाई चलना, ओदा हुक्म मेरे तुहाडे नाल लिखिया गया जी। हर चीज़ दे नाल हुक्म लिख के आया बूढ़ी कलाम नाल, हुक्म रजाई चलना नानक लिखिया नाल। ये थोड़ी बेनती सुनियो, ये बड़ा गूढ़ विषय जी। कर्म वड्डा है कि हुक्म वड्डा है? मैं कईयां दे मन च आउणा जे हुक्म ही वरदा फिर कर्म की। मैं एक बेनती करना ना, गुरप्रसाद का मतलब पता की है? कर्म बहुत वड्डा है, क्योंकि दद्दा दोष ना देऊं किसे, दोष कर्मा अपने। आप पढ़ने आपे बीज आपे ही खाओ, कर्म है ना। पर एक गल याद रखियो गुरसिखो, सच एवे कर्म तो वड्डी किरपा है, कर्म तो वड्डी गुरु ग्रेस है। जिथे गुर प्रसाद आ जाएगा उत्थे कर्म भी सड़ के राख हो जाता है। इसे करके 12 माह के आरंभ च गुरुदेव ने क्या, किरत कर्म के विछुड़े कर कृपा मेलो राम। मैं फिर विषय ते आवां, हुक्म है कि हुक्म का अर्थ अंग्रेजी का अर्थ ऑर्डर है जी। आप यही करांगे ना ऑर्डर नहीं प्यारे हो, ऑर्डर विच
ਤੇ दैवी ਇੱਛਾ ਹੁਕਮ ਵਿੱਚ ਫਰਕ ਹੈ। ਭਾਵੇਂ ਅਰਬੀ ਦਾ ਸ਼ਬਦ ਮੈਂ ਕਿਹਾ ਵਰਤਿਆ ਹੁਕਮ, ਇਹਨੂੰ ਥੋੜਾ ਜਿਹਾ ਬੇਨਤੀ ਨੂੰ ਧਿਆਨ ਨਾਲ ਸੁਣਿਓ। ਦੁਨੀਆ ਦੇ ਬਾਦਸ਼ਾਹ ਦੇ ਹੁਕਮ ਦੀ ਤਰ੍ਹਾਂ ਇਸ ਹੁਕਮ ਦੇ ਅਰਥ ਨਹੀਂ ਕਰਨੇ ਪਿਆਰੇ। ਥੋੜਾ ਜਿਹਾ ਆਪ ਜੀ ਟਿਕਾ ਬਣਾਈ ਰੱਖਿਓ। ਮਿੰਟ ਸਾਰੇ ਮੇਰੇ ਕੋਲ 10-15 ਰਹਿ ਗਏ, ਮੈਂ 4 ਪੌੜੀਆਂ ਤੱਕ ਪਹੁੰਚਣਾ। ਮੰਨ ਲਓ ਅਸੀਂ ਕਹੇ ਜੇ ਹੁਕਮ ਦਾ ਅਰਥ ਇਸ ਤਰ੍ਹਾਂ ਜਿਵੇਂ ਇੱਕ ਬਾਦਸ਼ਾਹ ਦਾ ਹੁਕਮ ਹੈ ਨਾ, ਬਾਦਸ਼ਾਹ ਹੁਕਮ ਕਰਨ ਤੋਂ ਬਾਅਦ ਮਰ ਸਕਦਾ ਹੈ। ਮੰਨ ਲਓ ਇੱਕ ਨੇ ਹੁਕਮ ਕਰ ਦਿੱਤਾ, ਕਿਸੇ ਨੇ ਹੁਕਮ ਕਰ ਦਿੱਤਾ, ਬਾਦਸ਼ਾਹ ਨੇ, ਪ੍ਰੈਜ਼ੀਡੈਂਟ ਨੇ ਜਾਂ ਮੁਲਕ ਦੇ ਹਾਕਮ ਨੇ ਕਿ ਭਾਈ ਤੁਸੀਂ ਫਲਾਣੇ ਮੁਲਕ 'ਚ ਜਾ ਕੇ ਆਹ ਕੰਮ ਕਰਨਾ ਹੈ। ਮੰਨ ਲਓ ਅਟੈਕ ਹੀ ਕਰਨਾ ਹੈ, ਬਾਦਸ਼ਾਹ ਹੁਕਮ ਇੱਥੇ ਕਰ ਰਿਹਾ ਹੈ ਪਰ ਹੁਕਮ ਦੀ ਤਾਮੀਰ ਜਿਹੜੀ ਉਸ ਮੁਲਕ 'ਚ ਹੋ ਰਹੀ ਹੈ। ਬਾਦਸ਼ਾਹ ਥੋੜਾ ਪ੍ਰੈਜ਼ੈਂਟ ਹੈ ਉੱਥੇ, ਨਹੀਂ ਨਾ। ਬਾਦਸ਼ਾਹ ਸਿਰਫ ਹੁਕਮ ਕਰ ਸਕਦਾ, ਹੁਕਮ ਤੋਂ ਵੱਖ ਰਹਿੰਦਾ ਹੈ। ਪਰ ਪਰਮਾਤਮਾ ਜਿੱਥੇ ਉਹਦਾ ਹੁਕਮ ਵਰਦਾ ਉੱਥੇ ਹੁਕਮ ਹੀ ਆਪ ਵਰਦਾ ਹੈ। ਫਿਰ ਅਰਜੇ ਉਹਦੇ ਹੁਕਮ ਤੋਂ ਵੱਖ ਹੁੰਦਾ ਹੀ ਨਹੀਂ। ਅੱਗੇ ਦੇਖੋ ਹੁਕਮ ਲਫ਼ਜ਼ ਚੇਂਜ ਹੋਣ ਲੱਗਾ। ਗੁਰੂ ਜੀ ਨੇ ਫਰਮਾਇਆ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ। ਹੁਕਮ ਕੀ ਮਹਾਰਾਜ? ਕਹਿਣ ਲੱਗੇ ਆਰਡਰ ਨਹੀਂ, ਹੁਕਮ ਉਹਦੀ दैवी ਇੱਛਾ ਹੈ। ਡਿਵਾਈਨ ਵਿਲ ਕਹਿੰਦੇ ਆ ਨਾ, दैवी ਇੱਛਾ ਹੈ। ਕੀ ਹੁਕਮ? ਅੱਗੇ ਗੁਰੂ ਜੀ ਨੇ ਹੁਕਮ ਵਾਲੀ ਵਿਆਖਿਆ ਅਗਲੀ ਪੌੜੀ 'ਚ ਰੱਖ ਦਿੱਤੀ। ਹੁਕਮੀ ਹੋਵਣ ਆਕਾਰ, ਆਕਾਰ ਨਹੀਂ ਆਕਾਰ, ਉਹਦੇ ਹੁਕਮ 'ਚ ਢਾਂਚੇ ਬਣੇ ਆ ਜੀ। ਹਰ ਆਕਾਰ ਉਹਦੇ ਹੁਕਮ 'ਚ। ਅਸੀਂ ਹੁਕਮ ਤੋਂ ਬਿਨਾਂ ਹਾਂ ਜੀ। ਆਹ ਜਿਹੜੇ ਅਸੀਂ ਸਰੀਰ ਲੈ ਕੇ ਬੈਠੇ ਹਾਂ, ਮੇਲ ਫੀਮੇਲ, ਇਹ ਇਸ ਜੀਵ ਦੇ ਵਿੱਚ ਨਾ ਜਿਹੜਾ ਸਾਡਾ ਸੈੱਲ ਸੀ, ਬਾਪ ਦਾ ਸੈੱਲ, ਇਹੋ ਜਿਹਾ ਅਣਗਿਣਤ ਆਏ, ਸਾਰਿਆਂ ਦੀ ਮੌਤ ਹੋ ਗਈ। ਤਨ ਉਹਨੂੰ ਮਿਲਿਆ ਜਿਹਦੇ ਲਈ ਰੱਬ ਨੇ ਹੁਕਮ ਲਿਖਿਆ ਹੋਇਆ ਸੀ, ਸਭ ਨੂੰ ਥੋੜਾ ਮਿਲਿਆ। ਹੁਣ ਅਗਲੀ ਬੇਨਤੀ, ਹੁਕਮੀ ਹੋਵਣ ਆਕਾਰ, ਹਰ ਢਾਂਚਾ ਜੜ ਹੋਵੇ ਚੇਤਨ ਹੋਵੇ ਹੁਕਮ 'ਚ ਬਣਿਆ। ਇਹ ਗੱਲ ਹੋਰ, ਇਹਨੂੰ ਥੋੜਾ ਧਿਆਨ ਨਾਲ ਸੁਣਿਓ। ਮੈਂ ਕਿਉਂਕਿ ਮੈਂ ਉਹ ਬਾਣੀ ਸ਼ੁਰੂ ਕੀਤੀ ਜਿਹੜੀ ਰੋਜ਼ ਪੜ੍ਹਦੇ ਆ। ਕੋਈ ਆਪਾਂ ਖੱਬੇ ਸੱਜੇ ਹੋਰ ਪਾਸੇ ਨਹੀਂ ਜਾ ਰਹੇ। ਕੋਈ ਮੰਨ ਲਓ ਆਕਾਰ ਬਣਦਾ ਹੈ। ਆ ਜਿਸ ਬਿਲਡਿੰਗ 'ਚ ਆਪਾਂ ਬੈਠੇ ਹਾਂ ਗੁਰਦੁਆਰਾ ਸਾਹਿਬ, ਪਹਿਲਾਂ ਇਹ ਮੇਰਾ ਖਿਆਲ ਗੁਰਦੁਆਰਾ ਨਹੀਂ ਸੀ, ਹਾਂਜੀ, ਪਰ ਜਦੋਂ ਇਹ ਬਣਿਆ ਇਹ ਲੋਟ ਸੀ। ਕਿਸੇ ਨੇ ਥਾਟ ਆਇਆ ਵੀ ਇੱਥੇ ਇਹ ਬਿਲਡਿੰਗ ਬਣ ਸਕਦੀ ਹੈ। ਉਦੋਂ ਬਾਅਦ ਨਕਸ਼ੇ ਪਾਸ ਹੋਏ, ਪਰਮਿਸ਼ਨ ਲਈ ਗਈ, ਫਿਰ ਇੰਜੀਨੀਅਰ ਆਏ, ਕਾਰੀਗਰ ਆਏ, ਕਿੰਨੇ ਬੰਦੇ ਤੇ ਮਟੀਰੀਅਲ ਆਇਆ। ਉਦੋਂ ਬਾਅਦ ਇਹ ਤਿਆਰ ਹੋਇਆ। ਰੱਬ ਨੂੰ ਸਾਜਣ ਵਾਸਤੇ ਮਟੀਰੀਅਲ ਦੀ ਕੋਈ ਲੋੜ ਨਹੀਂ। ਜਿੱਦਣ ਉਹਨੇ ਸੰਸਾਰ ਸਿਰਜਿਆ ਸਿਰਫ ਹੁਕਮ ਦੇ ਵਿੱਚੋਂ ਸਭ ਕੁਝ ਪੈਦਾ ਹੋ ਗਿਆ। ਜਿਹਨੂੰ ਆਪ ਪੜ੍ਹਦੇ ਹੋ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਜਿਹਨੂੰ ਆਪ ਰੋਜ਼ ਆਸਾ ਕੀ ਵਾਰ 'ਚ ਪੜ੍ਹਦੇ ਹੋ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੁਈ ਕੁਦਰਤ ਸਾਜੀਆ। ਪਿਆਰਿਓ ਫਿਰ ਬੇਨਤੀ ਹੈ, ਹੁਕਮੀ ਹੋਵਣ ਆਕਾਰ, ਪਰ ਨਾਲ ਕਿਆ ਹੁਕਮ ਨਾ ਕਹਿਆ ਜਾਏ। ਹੁਕਮ ਨੂੰ ਕੋਈ ਕਹਿ ਸਕਦਾ? ਹੁਕਮੀ ਹੋਵਣ ਜੀ, ਜੀ ਦਾ ਅਰਥ ਹੈ ਚੇਤਨਾ। ਆ ਹੁਕਮ 'ਚ ਢਾਂਚਾ ਬਣ ਗਿਆ, ਇਹਦੇ 'ਚ ਉਹਨੇ ਚੇਤਨਾ ਨਹੀਂ ਟਿਕਾ ਦਿੱਤੀ। ਪਿਆਰਿਓ ਚੇਤਨਾ ਤੋਂ ਬਿਨਾਂ ਨਾ ਪਾਪ ਹੋ ਸਕਦਾ ਨਾ ਪੁੰਨ ਹੋ ਸਕਦਾ ਹੈ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਸਰੀਰ 'ਚ ਚੇਤਨਾ, ਗੱਲ ਡੂੰਗੀ ਹੈ ਜੀ, ਸਮਝ ਬੜੀ ਛੇਤੀ ਪੈ ਜਾਏਗੀ ਕਿ ਜੀ ਉਂਝ ਅਰਥ ਕੀਤੇ ਨੇ, ਜੀ ਪੈਦਾ ਕੀਤੇ। ਇਹ ਸਰੀਰ ਵਿੱਚ ਚੇਤਨਾ ਹੈ ਤੇ ਪਾਣੀ ਦਾ ਘੁੱਟ ਅੰਦਰ ਜਾਣਾ ਹੈ। ਚੇਤਨਾ ਹੈ ਤੇ ਸ਼ਰਾਬ ਦਾ ਘੁੱਟ ਅੰਦਰ ਲੈ ਕੇ ਜਾਂਦਾ। ਪਾਪ ਬਦੀ ਤਾਂ ਚੇਤਨਾ ਕਰਕੇ ਹੈ ਨਾ। ਉਹ ਜਿਹੜੀ ਜੀ ਹੈ ਤੇ ਇੰਨੇ ਕਮਾਲ ਦੀ ਖੇਡ ਉਹਦੀ। ਉਹ ਦੇਖੋ ਗੁਰਮਖੋ, ਅਸੀਂ ਇੱਕ ਚੀਜ਼ ਫੈਕਟਰੀ 'ਚ ਬਣਾਓ, ਦੂਜੀ ਬਣਾਉਣ ਲੱਗਿਆ ਕਹਿੰਦੇ ਸਾਡੀ ਇਹਦੇ ਕੋਲ ਡਾਈ ਕੋਈ ਨਹੀਂ ਜੀ, ਇਹ ਡਾਈ ਤਿਆਰ ਕਰਨੀ ਪੈਣੀ ਹੈ। ਮੈਂ ਕਹਿੰਦਾ ਰੱਬਾ ਕੁਰਬਾਨ ਜਾਵਾਂ, ਕਿੰਨੇ ਰੋਜ਼ ਪੈਦਾ ਹੁੰਦੇ ਨੇ, ਕਿਸੇ ਦੇ ਫਿੰਗਰਪ੍ਰਿੰਟ ਦੂਜੇ ਨਾਲ ਮਿਲਦੀ ਕੋਈ ਨਹੀਂ ਪਏ। ਤੇਰੀ ਡਾਈ ਕਿਹੋ ਜਿਹੀ ਹੈ? ਰੋਜ਼ਾਨਾ ਹੈ ਤੇਰਾ। ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ। ਅੱਗੇ ਜੀ, ਹੁਕਮ ਮਿਲੇ ਵਡਿਆਈ। ਤੇਰੇ ਹੁਕਮ 'ਚ ਕਿਸੇ ਜੂਨ ਨੂੰ ਵਡਿਆਈ ਮਿਲ ਗਈ, ਕੋਈ ਜੂਨ ਟੇਢੀ ਮੇਰੀ ਬਣ ਗਈ। ਪਰ ਕੁਰਬਾਨ ਜਾਈਏ, ਕੋਈ ਜੂਨ ਉਹਨੇ ਪੈਦਾ ਕੀਤੀ ਜਿਹੜੀ ਸਭ ਤੋਂ ਵੱਧ ਜੂਨ, ਸਭ ਤੋਂ ਚੰਗੀ ਕਹਿੰਦੇ ਨਾ, ਮਾਨਸ ਕੋ ਪ੍ਰਭ ਦੀ ਵਡਿਆਈ, ਜਾਂ ਕਹਿੰਦੇ ਇਸ ਧਰਤੀ ਮੈਂ ਤੇਰੀ ਸਿਕਦਾਰੀ। ਜਿੰਨਾ ਇਹ ਪਰੇਸ਼ਾਨ ਹੈ ਇੰਨਾ ਤਾਂ ਕੋਈ ਜੀਵ ਹੈ ਹੀ ਨਹੀਂ। ਕਦੀ ਜ਼ਰੀਲੇ ਸੱਪ ਨੇ ਕਿਹਾ ਮੈਂ ਆਤਮ ਹੱਤਿਆ ਕਰਨ ਚੱਲਿਆ? ਮਾੜੇ ਤੋਂ ਮਾੜਾ ਕੀੜਾ ਵੀ ਨਹੀਂ ਚਾਹੁੰਦਾ ਮੈਂ ਮਰਾਂ ਨਾ। ਜਿੱਥੇ ਰੱਬ ਨੇ ਰੱਖਿਆ ਠੀਕ ਹੈ। ਸਿਰਫ ਇੱਕ ਬੰਦਾ ਹੈ ਪਿਆਰਿਓ, ਚੇਤਨਾ ਬੜੀ ਦਿੱਤੀ, ਇਹ ਨਸ਼ੁਕਰਾ, ਇਦੋਂ ਵੱਧ ਕੋਈ ਨਹੀਂ। ਮੈਂ ਬਖਸ਼ ਦਿਆ ਜੇ,
ਹੁਕਮੀ ਖੋਵਨ ਜੀ ਹੁਕਮ ਮਿਲੈ ਵਡਿਆਈ। ਉਹਦੇ ਹੁਕਮ 'ਚ ਕਿਸੇ ਜੂਨ ਨੂੰ ਵਡਿਆਈ ਵੱਧ, ਕਿਸੇ ਨੂੰ ਘੱਟ। ਹੁਕਮੀ ਉੱਤਮ ਨੀਚ, ਇਹਨੂੰ ਬਹੁਤ ਖੁੱਲੇ ਦਿਲ ਨਾਲ ਸੁਣਿਓ। ਉਸ ਦੇ ਹੁਕਮ ਦੇ ਵਿੱਚ ਹੀ ਉੱਚੇ ਨੇ, ਉਹਦੇ ਹੁਕਮ ਦੇ ਵਿੱਚ ਹੀ ਨੀਚ ਨੇ। ਇੱਕ ਥੋੜ੍ਹੀ ਜਿਹੀ ਹੋਰ ਬੇਨਤੀ, ਇਹ ਸਵਾਲ ਉੱਠੇਗਾ ਜੀ ਉੱਤਮ ਨੀਚ ਅਸੀਂ ਬਾਹਰਮੁਖੀ ਨਹੀਂ ਕਹਾਂਗੇ ਇੱਕੋ ਜਿਹੀ ਗੱਲ, ਅਸੀਂ ਕਹਾਂਗੇ ਨਿੰਦਕ ਤੇ ਭਗਤੀ ਵਾਲਾ ਇੱਕੋ ਜਿਹਾ ਹੋ ਸਕਦਾ? ਹਾਂ, ਬਾਣੀ 'ਚ ਹੈ ਜੀ। ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ। ਇਹ ਸਾਰੇ ਨੀਚ ਬਿਰਤੀ ਨੇ। ਇਸ ਤੋਂ ਪਹਿਲੀ ਪੌੜੀ ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ। ਪਰ ਯਾਦ ਰੱਖਿਓ ਦੋਨਾਂ ਪੌੜੀਆਂ ਦੀ ਸਮਾਪਤੀ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਲੀ ਕਾਰ ਅਸੰਖ ਮੂਰਖ ਅੰਧ ਘੋਰ ਭਲੀ ਕਾਰ ਹੈ? ਨਹੀਂ ਪਿਆਰਿਓ, ਜਦੋਂ ਤੁਸੀਂ ਸਮੁੱਚਤਾ 'ਚ ਦੇਖੋਗੇ ਕਿਹੜਾ ਮਾੜਾ ਤੇ ਕਿਹੜਾ ਚੰਗਾ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਆਂ ਹੈ। ਉਹਦੇ ਹੁਕਮ 'ਚ ਲਿਖੇ ਹੋਏ ਦੁੱਖ ਸੁੱਖ ਪਾ ਰਹੇ। ਤੇ ਜਿਹੜਾ ਬੰਦਾ ਹੁਕਮ ਮੰਨਣ ਲੱਗ ਪਏ, ਪਿਆਰਿਓ ਯਾਦ ਰੱਖਿਓ, ਉਹ ਕਦੀ ਵੀ ਚੰਗੇ ਮੰਦੇ 'ਚ ਉਲਾਮਾ ਨਹੀਂ ਦਿੰਦਾ। ਹੁਕਮੀ ਬੰਦਾ ਕਦੀ ਨਹੀਂ ਦਿੰਦਾ। ਆਪ ਆਸਾ ਅਖਬਾਰ 'ਚ ਇੱਕ ਪਾਠ ਕਰ ਦਿਓ, ਇਹ ਕਨੇਹੀ ਆਸ਼ਕੀ ਦੂਜਾ ਲੱਗਿਆ ਜਾਏ, ਚੰਗਾ ਚੰਗਾ ਕਰ ਮੰਨੇ। ਜਿਹੜਾ ਅਸੀਂ ਪਾਠ ਕਰਨੇ ਆ, ਉਹਦੇ ਵਿੱਚ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਕਿ ਜੇ ਚੰਗਾ ਕਰਤਾ ਗੁਰੂ ਬੜਾ ਚੰਗਾ, ਮੰਦਾ ਕਰਤਾ ਅਸੀਂ ਬਾਣੀ ਛੱਡ ਦਿੱਤੀ। ਮਹਾਰਾਜ ਕਹਿੰਦੇ ਤੂੰ ਹੁਕਮੀ ਬੰਦਾ ਨਹੀਂ, ਤੂੰ ਸਵਾਰਥੀ ਬੰਦਾ ਹੈ। ਹੁਕਮ ਮੰਨਣ ਵਾਲਾ ਕਹਿੰਦਾ ਜੋ ਕੁਝ ਤੂੰ ਕੀਤਾ ਭਲੀ ਕਾਰ ਹੈ। ਮੇਰੀ ਫਿਰ ਬੇਨਤੀ ਹੈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਆਂ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਆਂ। ਇੱਕ ਹੁਕਮ 'ਚ ਬਖਸ਼ਾਂ ਨੇ, ਇੱਕ ਹੁਕਮ 'ਚ ਭਟਕਦੇ ਪਏ ਆ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਆਂ। ਅੱਗੇ ਗੁਰੂ ਜੀ ਕਹਿੰਦੇ ਹੁਕਮ ਹੈ ਅੰਦਰ ਸਭ ਕੋ। ਚੰਗੇ ਮੰਦੇ ਜਿਹੜੇ ਆਪਣੇ ਆਪ ਨੂੰ, ਮੈਂ ਸਿੱਧੇ ਪੇਂਡੂ ਸ਼ਬਦ ਵਰਤਾਂ, ਖੱਬੀ ਖਾਂ ਘੁਆਉਂਦੇ ਨਾ, ਸਾਨੂੰ ਕਿਸੇ ਦੀ ਪਰਵਾਹ ਨਹੀਂ। ਯਾਦ ਰੱਖਿਓ ਰੱਬ ਦੇ ਹੁਕਮ ਦੀ ਨਕੇਲ ਉਹਨਾਂ ਦੇ ਨੱਕ ਵਿੱਚ ਵੀ ਪਈ ਹੋਈ ਹੈ। ਕਿਹੜਾ ਹੁਕਮ ਤੋਂ ਬਾਹਰ ਹੈ ਜੀ? ਆਪਣੀ ਮਰਜ਼ੀ ਨਾਲ ਤਾਂ ਇੱਕ ਸਾਹ ਨਹੀਂ ਆਪਾਂ ਲੈ ਸਕਦੇ ਜੀ। ਮਹਾਰਾਜ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਧਿਆਨ ਨਾਲ ਸੁਣਿਓ, ਥੋੜਾ ਇਕਾਗਰਤਾ ਬਖਸ਼ਿਓ। ਪਹਿਲੀ ਪੌੜੀ ਸੀ ਹੁਕਮ ਰਜਾਈ ਚੱਲਣਾ, ਇਹ ਸੀ ਨਾ ਕਿ ਕੂੜਾ ਟੁੱਟਿਆ ਪਾਲ। ਜਿਹੜਾ ਕੂੜ ਸੀ ਉਹਨੂੰ ਨਵਾਂ ਸ਼ਬਦ ਗੁਰਦੇਵ ਨੇ ਦੇ ਦਿੱਤਾ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਜਿਹੜਾ ਕੂੜ ਸੀ ਉਹ ਈਗੋ ਹੈ, ਉਹ ਹਉਮੈ ਹੈ। ਉੱਥੇ ਕਿਹਾ ਹੁਕਮ ਰਜਾਈ ਚੱਲਣਾ। ਇੱਥੇ ਮਹਾਰਾਜ ਜੀ ਨੇ ਕਿਹਾ ਪਿਆਰਿਓ, ਜਿਹੜਾ ਹੁਕਮ ਨੂੰ ਮੰਨ ਲੇਗਾ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਹਉਮੈ ਕੀ ਹੈ ਜੀ? ਕਿਉਂਕਿ ਇਹ ਜੇ ਕੱਲੀ ਸਿਰਫ 4 ਪੌੜੀਆਂ ਤੇ ਆਪਾਂ 1 ਮਹੀਨਾ ਵੀ ਕਥਾ ਕਰਦੇ ਰਹੀਆਂ, ਸਤਿਗੁਰੂ ਦੇ ਭੈ ਤੋਂ ਕਹਿਣਾ ਅੰਤ ਨਹੀਂ। ਹਉਮੈ ਕੀ ਹੈ? ਹਉਮੈ ਅਸੀਂ ਕ੍ਰੀਏਟ ਕੀਤੀ ਨਾ, ਹਉਮੈ ਪਰਮਾਤਮਾ ਦੇ ਹੁਕਮ ਚੋਂ ਨਿਕਲੀ ਹੈ। ਹਉਮੈ ਤੋਂ ਬਿਨਾਂ ਤੇ ਸੰਸਾਰ ਦਾ ਵਿਸਤਾਰ ਹੀ ਨਹੀਂ ਹੋ ਸਕਦਾ। ਹਉਮੈ ਇਹੋ ਹੁਕਮ ਹੈ, ਪੈ ਕਿਰਤ ਫਿਰਾਏ। ਪਿਆਰਿਓ ਸਿੱਧ ਪੁੱਛਦਿਆ ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਦੁੱਖ ਬਿਨ ਸਜਾਈ। ਬਾਬਾ ਜੀ ਕਹਿੰਦੇ ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਹਉਮੈ ਕੀ ਹੈ? ਹੁਣ ਇੱਕ ਸਵਾਲ ਫਿਰ ਉੱਠੇਗਾ, ਸਾਰੀ ਕਹੇ ਹਉਮੈ ਹਉਮੈ ਛੱਡ ਦਿਓ। ਹਉਮੈ ਅਸਲ 'ਚ ਰੱਬ ਦੀ ਉਹ ਸ਼ਕਤੀ ਹੈ ਜਿਹੜੀ ਇੱਕ ਨੂੰ ਅਨੇਕਤਾ ਵਿੱਚ ਵਿਸਤਾਰ ਕਰਦੀ ਹੈ। ਕਿਉਂਕਿ ਵਿਸਤਾਰ ਤੋਂ ਬਿਨਾਂ ਤਾਂ ਕੁਛ ਵੀ ਨਹੀਂ, ਹਉਮੈ ਤੋਂ ਬਿਨਾਂ ਤਾਂ ਹੱਥ ਵੀ ਨਹੀਂ ਹਿਲ ਸਕਦਾ ਜੀ। ਮੇਰੀ ਫਿਰ ਬੇਨਤੀ ਹੈ, ਮਹਾਰਾਜ ਨੇ ਕਿਹਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਹੁਣ ਮਹਾਰਾਜ ਜਿਨ੍ਹਾਂ ਨੇ ਹੁਕਮ ਬੁੱਝ ਲਿਆ ਉਹਨਾਂ ਦੇ ਜੀਵਨ ਕੈਸੇ ਹੋ ਗਏ? ਮਹਾਰਾਜ ਕਹਿਣ ਲੱਗੇ ਤੀਜੀ ਪੌੜੀ ਚੱਲ, ਤੈਨੂੰ ਦੱਸਣਾ ਹੁਕਮ ਮੰਨਣ ਵਾਲਿਆਂ ਦਾ ਜੀਵਨ ਕੈਸਾ ਹੈ। ਫਿਰ ਅਰਜ ਪਹਿਲੀ ਪੌੜੀ ਹੁਕਮ ਰਜਾਈ ਚੱਲਣਾ, ਦੂਜੀ ਪੌੜੀ ਨਾਨਕ ਹੁਕਮ ਹੈ ਜੇ ਬੁੱਝੈ। ਹੁਣ ਤੀਜੀ ਪੌੜੀ ਆਈ ਪਿਆਰਿਓ, ਜਿਹੜੇ ਹੁਕਮ ਮੰਨ ਲੈਂਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਉਹਦੇ ਕੋਲ ਤਾਕਤ ਹੈ, ਪਰ ਯਾਦ ਰੱਖੋ ਤਾਕਤ ਲੈ ਕੇ ਇਹ ਨਹੀਂ ਕਹਿੰਦਾ ਮੇਰੀ ਤਾਕਤ। ਜਿੰਨੇ ਹਉਮੈ ਜਿਹਦੀ ਮਰ ਗਈ ਉਹ ਕਹਿੰਦਾ ਤਾਕਤ ਮੇਰੇ ਕੋਲ ਜ਼ਰੂਰ ਹੈ ਪਰ ਮੇਰੀ ਨਹੀਂ, ਇਹ ਤਾਕਤ ਦੇਣ ਵਾਲਾ ਕਰਤਾ ਪੁਰਖ ਵਾਹਿਗੁਰੂ ਹੈ। ਫਿਰ ਅਰਜ਼ ਸੁਣਿਓ, ਇੱਕ ਹੋਰ ਬੇਨਤੀ। ਕੱਲ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤ ਕੇ ਆਏ। ਮੈਂ ਸ਼ਾਇਦ ਪਰਸੋਂ ਕਥਾ ਕਰਦੇ ਤੇ ਕਿਹਾ ਸੀ ਫਤਿਹ ਜ਼ਰੂਰ ਬੁਲਾਉਣੀ ਚਾਹੀਦੀ ਹੈ ਨਾ। ਜਿਹੜੇ ਚੋਖੇ ਥੱਕੇ ਹੁੰਦੇ ਆ ਉਹ ਕੰਮ ਹੀ ਗੁਰੂ ਫਤਿਹ ਜੀ ਨਹੀਂ। ਪਿਆਰਿਓ ਇਹ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ 70 ਸਾਲ ਕੀਰਤਨ ਕੀਤਾ ਜੀ ਉਹਨਾਂ।
दरबार साहब दुपहरे का 123 साल जी के गए। अज भी वो भाई रविंदर सिंह तो दसने पहला जिहड़ा कीर्तन है आसा की वार तो 1 घंटा वो बाबा शाम सिंह ने शुरू किया, गुरु अर्जन दे वेले नहीं। पटियाला यूनीवर्सिटी च उन्हों का जीवन छापिया उन्होंने, वो एक सज्जन मिलिया उन्होंने, मिलदियां परिक्रमा कहंदा बाबा जी मैं पिंड गया सां ते तुहाडे एक प्रेमी मिले, उन्हें फतेह बुलाई, चुप कर गए। वो फिर कहंदा बाबा जी तुसीं सुनदे नहीं, उन्हें फतेह बुलाई सी, वो नहीं बोले तुरी जान। वो रोक के कहंदा बाबा जी सिंह ने फतेह बुलाई तुहानू, कहन लगे सुन मैं तेरे लफ्ज पहले ही लाए सन, गिरी आप खाई जाना छिलड़ मैनू देना पिया। वो चुप कर गया, कहंदा फतेह गिरी, कहन लगे वैगुरू तो बिना ना खालसा है ते ना वैगुरू तो बिना फतेह, तू वैगुरू तो कहंदा नहीं पिया, सिर्फ यही कही जाना फतेह। मैं आपनू बेनती करांगा, गुरु गोबिंद सिंह पहली जंग जितदे आ, उत्ते शब्द वरदिया भाई जीत मेरी किरपा काल केरी, तान है पर मेरा नहीं, गावै को तान होवै किसै तान, गावै को जेड़ा हुक्म नू समझ लैंदा है वो कहंदा दात तेरी निशानी है मेरी कमाई नहीं, गावै को दात जाना निशान, गावै को कोई गाउंदा है गुण वडियाइयां चार सोहणियां वडियाइयां, गावै को विद्या विखम विचार, कोई ग्रंथ पढ़दा गहरे तो गहरे वो भी पढ़ के कहंदा मेरी ताकत नहीं तेरी ताकत है, गावै को विद्या विखम विचार, गावै को साज करे तन खे। थोड़ा जिहा गल नूं सुनियो प्यारिओ, जिहड़े कई वारी कहंदे जी ये आवागुण है शरीर मिलते ने, आ 2 तुकां दे अर्थ जरूर सुनियो। कोई इस करके गा रहा साज करे, तू साज दिता ढांचा बना दिता, क्योंकि हुक्मी होवन आकार, जिहड़ा साजिया एक दिन वो मिट्टी हो गया राख हो गया। गावै को साज करे तन खे, खखे ला खाहा मुक्ता खे, अगे कहते गावै को जी लै, केड़ा जी लै, जेड़ी काया जेड़ी बॉडी खे हुई ਉਹਦੇ ਵਿੱਚੋਂ ਜਿੰਦ ਲੈ ਲਈ ਤੇ ਪ੍ਰਮਾਤਮਾ ਨੇ ਜੀ ਲੈ ਫਿਰ ਦੇਹ ਦੱਦੇ ਲਾਹਾ ਮੁਕਤਾ। ਇੱਥੇ ਦੇਹ ਦਾ ਅਰਥ ਹੈ ਕਾਇਆ ਬੋਡੀ ਸਟਰਕਚਰ, ਜਿਹੜੀ ਜਿੰਦ ਇੱਕ ਸਰੀਰ ਵਿੱਚੋਂ ਰਾਖ ਹੋ ਗਿਆ ਸਰੀਰ, परमात्मा ने जिंद लैके दूजा शरीर दे दिता। आप जी फिर अर्थ किते भी सुनियो, गावै को साज करे तनखे, गावै को जी लै फिर दे। कोई इस करके गाउंदा गावै को जापै दिसै दूर। ये गल याद रखियो, दूर है पर इहदे च भी रमज पा दिती दिसै, जापै दिसै दूर। गावै को जापै दिसै दूर, गावै को वेखै हादरा हदूर। अगे फिर ध्यान नाल सुनियो, गल हुक्म तो शुरू हुई है। पहली मैं रिपीट बार बार क्यों लिया रहा हूं, जपजी साहब जिन्हों समझ पै गई उन्होंने गुरु ग्रंथ साहब की समझ पै गई। बाबा अतर सिंह मस्तूवाने वाले, मैं फिर अर्ज करांगा, बाबा लफज संत लफज बहुत बदनाम हो चुका है, पर मेरी फिर भी बेनती है, बाबा तेजा सिंह डबल MA अमेरिका विच वैनकूवर विच, याद रखियो पहलियां दीवान सोसाइटियां बनाने वाले बाबा तेजा सिंह जी सन। उन्होंने अपनी एक लिखत च कहा है, कहते जदों कोई बंदा गुरु ग्रंथ साहब की हजूरी च खलो के कहता कोई सिख नहीं, कोई संत नहीं, कोई गुरमुख नहीं, इसलिए सुनने ना वैन ही पाने, मर गए डुब गए। भाई साहब पूरे जफरनामे च गुरु गोबिंद सिंह ने किते नहीं कहा मैं तबाह हो गया। सच ये 4 पुत्रां की शहादत तो बाद भी कहते हैं औरंगजेब अजे तो अग का भांबड़ बलन वाला, तू किस हवाई तुरिया फिरना। आप इन्नी ढिंदी कला च महाराज जी ने शब्द वरते आ, चा शुद्ध के चूं बचगा कुश्ता चार के बाकी बेमा दस्त पेची दै मार। अजे तो काम शुरू होने लगा। मैं एक बार क्या सी, गुरु गोबिंद सिंह ने 4-14 जंगा लड़ियां, डिफेंस लड़ियां, एक जंग गुरु गोबिंद सिंह ने शुरू की। बस तुम हिस्टरी ध्यान नाल पढ़ियो, 14 पहाड़िए चढ़ के आया, डिफेंस लड़ते रहे, एक जंग 5 तीर दे के बाबा बंदा सिंह बहादुर नूं तोड़िया। याद रखियो वो जंग केवल 2-4 साल नहीं, सदियां हो गई ने वो जुल्म के खिलाफ, अज भी जंग जारी है। मैं सिर्फ आपनूं बेनती जी कर लगा, धन गुरु गोबिंद सिंह सच्चे पातशाह जी महाराज वो शब्द वरत रहे हैं कि एक कृपा तेरी है। मैं आप फिर उस विषय ते आउण लगा कि बाबा अतर सिंह जी नूं, बाबा तेजा सिंह नूं गल कही उन्होंने जी कोई सिख नहीं, कोई गुरमुख नहीं, जिवें आपां कहने कोई ज्ञानी नहीं, कोई प्रचारक नहीं।
बाबा तेजा सिंह कहते घट्टो घट गुरु ग्रंथ साहिब की उरीचना क्या करो। कहते जी क्यों? वेखो उन्होंने ध्यान, कहते तुसी क्लास रूम चले जाओ तो क्लास विच खलो के कहो भी इस क्लास के सारे विद्यार्थी नलायक। कहने लगे टीचर दे पल्ले कुछ नहीं रहना। बच्चे तो हस पैणगे चलो कोई नहीं, बाहरों भी आ गया जी इस क्लास का कोई विद्यार्थी लायक नहीं। टीचर नूं रात नींद नहीं पैनी, मैं क्लास विच एक विद्यार्थी भी लायक नहीं पैदा कर सकिया। मेरी बेनती है गुरु ग्रंथ साहिब जुगो जुग अटल है, यदि अटलता विच कमाई वाला गुरसिख भी जुगो जुग अटल ही रहेगा। ये गल वक्री कि वह स्टेजी ना हो, इश्तिहारी ना हो। मैं आपनों फिर बेनती कर लगा, देखो जी असी उस विषय ते फिर आउण लगे हाँ। महाराज जी ने क्या भाई, गावै को साज करे तनखे, गावै को जी लै फिर दे, गावै को जापै दिसै दूर, गावै को वेखै हादरा दूर, कथना कथी ना आवै तोट। ना तोट का मतलब नहीं घाटा पैना, कथना कथी ना आवै तोट। जिन्ना मर्जी कथा कर लो, ये कथा नहीं मुकनी। ना तोट दर ते कथा नहीं मुकनी। कथ कथ कथी कोटी कोट कोट, करोड़ा करोड़ा दिन दे कथ दे चले गए। ध्यान दिया जे गुरमुखो, मैं बार बार क्यों रिपीट कर रहा, हुक्म रजाई चलना नानक हुक्म है जे बुझै। हुण अगली तोकी है, कथना कथी ना आवै तोट, कथ कथ कथी कोटी कोट कोट, देंदा दे लैंदे तक पाए, जुगा जुगंतर खाई खाए अग्या हुक्मी, हुक्म चलाए रहो। फिर तीजी पौड़ी विच हुक्म शब्द आया, पहली पौड़ी च हुक्म, दूजी पौड़ी समाप्ति ते हुक्म। हुण इत्थे अर्थ बदल गया। उत्थे सी हुक्मी खोबण आकार दा अर्थ तेरे हुक्म नाल, इत्थे हुक्मी दा अर्थ बदल गया। इहदा अर्थ जिहड़ा हुक्म करदा पिया करता पुरख वाहिगुरू। हुक्मी हुक्म चलाए राहो, नानक विगसै वे परवाहो। पर मेरी बेनती है जी, सवाल फिर उत्थे खलोता है, किव सचियारा हुई है। मेरा ख्याल मेरी बेनती समझ पै रही होनी। किव सचियारा हुई है, सवाल उत्थे खलोता है। हुण जदों 3 पौड़ियां लंघ गईयां, चौथी पौड़ी विच मेरे गुरु जी ने कहा आ साधना कर लै ते सचियार हो जाएगा। केड़ी साधना जी? वो है साचा साहिब साच दाएं। पार ब्रह्म परमेश्वर साहिब दा अर्थ मालक, वो सच्चा है, उसदा नाम भी सच्चा है। साडा नाम सच्चा नहीं। साचा साहिब साच नाए ते वो उसकी बोली की है? कहन लगे भाख्या, भाख्या मीन भाषा बोली, भाओ ओदी बोली प्रेम है प्यारिओ। जेड़े बंदे गुंगे ने कि वह परमात्मा नूं प्यार नहीं कर सकते। सच एवे अखां दा नीर ही परमात्मा की भाषा है जी। कोई भाषा भी ना आउंदी होवे, हिरदा प्रेम च पीर पूरत होवे। मैं तो इस तक कई बारी कहना गुरमुखो, सच एवे प्रेम वाले हिरदे कोल शब्द केड़ा रह जाता है। ज्ञानी वरत जाता है। कोई गावे रागी नादी बेदी बो भांत करनी, खारा रपीजै राम राजे, जिन अंतर कपट विकार है तिना रोए क्या कीजै कपट। पर दूजे पासे गुरु जी कहते जिन अंतर हर हर प्रीत है ते जन सुगड़ सियाणे राम राजे, जे बाहरों भुल चुक बोलदे भी खरे खर भाने। साचा साहिब साच नाए, उसका नाम सच्चा, वो सच है। भाख्या भाओ अपार, आखें असी आखने रोज, मंगहें असी मंगने ते कहने देह देह सानू ये दात दे। ते महाराज कहते दात करे दातार, वो दातां दे रहे। आखें मंगहें देह दे, दात करे दातार। फिर जे तुसी दिता फिर के अगे रखी है जित दिसै दरबार। केड़ी चीज़ तुहाडे अगे रखां तुहाडे दरबार दे दर्शन हो जान। अगला जी मूँह के बोलन बोलीए, केड़े बोल बोलां जित सुन धरे प्यार। क्योंकि समा हो चुका है। भाई साहब आ गए फिर जो कभी समा बनया अपन डिटेल च मैं शुरुआत कर चलिया। महाराज कहते मूँह के बोलन बोलीए जित सुन धरे प्यार। ये गल च बड़ी रमज है जी। ये क्या परमात्मा किमें प्यार धरे। उंज बाणी च कह रे मन ऐसी हर्षों प्रीत कर। इत्थे प्यार किमें करे। मैं गल कहना हुन्ना, एक है बच्चा उंगल पकड़ के तुरे, धक्का जोर दा वजे बच्चे की पकड़ टुट जाती है। जदों बाप हाथ पकड़ लवे धक्का वजे फिर भी पकड़ कदी जाती नहीं। जे तू प्यार कर लग पिया फिर प्यार कोई नहीं टुटना। फिर अर्ज कहे जित सुन धरे प्यार। आ जे 4 पौड़ियां दा निचोड़
हुक्म रजाई किवें चलना? गुरु जी ने कहा अमृत वेला सच नाओ। आ सचियार होने की तरीका है। किव सचियारा हुई है? अमृत वेला सच नाओ वडियाई विचार, करमी आवे कपड़ा नदरी, मोख द्वार इकल्ला तू सचियार नहीं होना, नानक इवें जानिए सब आपे सचियार। जदों ये बख्शिश हो गई, हर पासे सचियार ही सचियार है। मैं सिर्फ एक बेनती तुहानूं करनी है, जिन्हां ने कदी पाठ नहीं किया, प्लीज़ जपजी साहब तो शुरुआत करिए, अपने बच्चों को जपजी साहब सिखाइए। जिस बंदे कोल जप है उस कोल परमात्मा के घर की राहदारी है, उन्होंने कोई रोक नहीं सकता। जिहड़ी गल मैं शुरू की सी, बाबा अतर सिंह कीर्तन कर रहे सन, कोई सज्जन कीर्तन तो बाद कहंदा जी तुसीं छैने भी जाए जांदे हो अपने चिमटे, पंथ की गल करो, जिवें मिलते ने सिंह, पंथ की गल करो। उन्होंने फिर कहा बाबा जी मैं तुहानूं कुछ कह रहा सुनो। उन्होंने एक गल बड़ी प्यारी की, कहते भी गुरसिखा सच्ची दसी सवेरे नितनेम करके आया? वो कहता मैं पंथ की सेवा करना। नितनेम ये बकायदा लिखे है जी, एक छोटी जी किताब है बलवंत सिंह कोठा गुरु की, ਜਿਹੜੇ सज्जन ਸਾਹਿਤ जानते हैं। कह लगे नितनेम मैं बाणी नहीं पढ़ता जी, सेवा करना पंथ की। उन्हें एक गल कही वजह च आके, कहते जिदन सिखां दे बच्चे ते सिखां दे घरां च अमृत वेले खूहां ते डोल खड़कणगे, इशनान होवेगा, अमृत वेले हर घर च जपजी साहब की आवाज़ आवेगी, उस पंथ के तेज प्रताप नूं दुनिया की कोई ताकत खत्म नहीं कर सकेगी। मैं फिर बेनती करांगा गुरसिखो, जे मैं ये कहना शक्ति रखो, पंथ के भले लिए सब कुछ करो, करना है, पर इनू ना छड्डियो जिन्हें सानू रहमत देनी है। वाहिगुरू जी का खालसा, वाहिगुरू जी की फतेह।